ਇਹ ਲੋਕਾਂ ਦੇ ਟੈਕਸਾਂ ਚੋਂ ਤਨਖਾਹ ਚੋਂ ਪੈਸੇ ਮਿਲ ਗਏ, ਟੈਕਸਾਂ ਦੇ ਵਿੱਚੋਂ ਤਨਖਾਹ ਮਿਲਦੀ ਆਪਾਂ ਨੂੰ ਲੋਕਾਂ ਦੀ ਜਾਨ ਦੀ ਕੋਈ ਡਰ ਨਹੀਂ। ਤੇ ਆਪਾਂ ਕੋਈ ਪਰਵਾਹ ਨਹੀਂ ਆਪਣੇ ਕੀ ਕ੍ਰਿਸ਼ੀ ਜਿਹੜਾ ਦਾ ਇਹ ਜਿਹੜਾ ਪੀਣ ਵਾਲਾ ਪਾਣੀ ਆ, ਹਾਂਜੀ 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 ਇਹਨੂੰ ਵਾਟਰ ਕੂਲਰ ਕਹਿੰਦੇ ਆ। ਵਾਟਰ ਕੂਲਰ ਕਹਿੰਦੇ ਆ। ਹਾਂਜੀ ਹਾਂਜੀ ਉਹਨਾਂ ਨੇ ਏਦਾਂ ਰੱਖਿਆ ਹੋਵੇ ਕੋਈ ਪਾਣੀ ਨਾ ਪੀ ਸਕਦਾ। ਇਹਦਾ ਬੁੱਚੜਖਾਨੇ ਤੋਂ ਭੈੜਾ ਹਾਲ ਹੈ। ਇਹਨਾਂ ਦਾ ਸਟਾਫ ਕਹਿ ਰਿਹਾ ਵੀ ਮੈਡਮ ਡਾਕਟਰ ਸਾਹਿਬ ਦੇਖ ਲਓ ਐਮਰਜੈਂਸੀ ਆ, ਤੇ ਕਹਿੰਦੇ ਜੀ ਕੋਈ ਗੱਲ ਨਹੀਂ ਤੁਸੀਂ ਲੈ ਜਾਓ ਆਪਣਾ ਪਹੁੰਚ ਮਸਤ ਨੇ। ਬਾਕੀ ਦਾ ਹਾਲ ਦੇਖੋ ਜੀ, ਆ ਦੇਖੋ ਜੀ ਹਾਲ। ਤੁਸੀਂ ਆਪਣਾ ਫੋਨ ਤੇ ਬਸ ਦਿਓ ਜੀ, ਕਮਾਲ ਕਰੀ ਜਾਂਦੇ ਹੋ। ਜੀ ਪੇਸ਼ੈਂਟ ਕੰਪਲੇਂਟ ਕਰ ਰਿਹਾ। ਆਮ ਆਦਮੀ ਪਾਰਟੀ ਸਰਕਾਰ ਬਣ ਗਈ ਆ, ਕਾਂਗਰਸ ਅਕਾਲੀ ਦਲ ਦੀ ਸਰਕਾਰ ਨਹੀਂ ਹੈਗੀ, ਇਹ ਸਮਝ ਲਓ। ਯਾਰ ਫਿਊਚਰ ਜਾਂ ਤਾਂ ਤੁਸੀਂ ਮੇਰੇ ਤੋਂ ਅਪਡੇਟ ਲੈ ਲਓ ਫਿਰ। ਡਾਕਟਰ ਸਾਹਿਬ ਤੁਹਾਡਾ ਫਰਜ਼ ਬਣਦਾ ਵਾ, ਐਮਰਜੈਂਸੀ ਕਹਿ ਰਿਹਾ, ਤੁਹਾਡਾ ਫਰਜ਼ ਬਣਦਾ, ਤੁਸੀਂ ਡਾਕਟਰ ਹੋ, ਚਾਹੇ ਕਿਸੇ ਵੀ ਤੁਸੀਂ ਉਹਦੇ ਮਾਹਰ ਨਹੀਂ ਹੈਗੇ। ਸਾਡੇ ਮਗੇ ਸਰਕਾਰ ਨੇ ਆਪਣਾ ਮੰਤਰੀ ਨਹੀਂ ਛੱਡਿਆ, ਬਗਾਨੇ ਮੰਤਰੀ ਨਹੀਂ ਛੱਡੇ, ਪਰ ਕੋਈ ਨਹੀਂ ਬਚਣਾ ਇੱਥੇ। ਮੈਂ ਰਿਕੁਐਸਟ ਕਰਦਾ ਤੁਸੀਂ ਉੱਥੇ ਕਰ ਸਕਦੇ ਹੋ। ਤੁਸੀਂ ਕਹਿੰਦੇ ਹੁਣ ਮੇਰੀ ਗੱਲ ਮੇਰੀ ਗੱਲ ਤਾਂ ਸੁਣੋ। ਗੁੱਸਾ ਨਾ ਕਰੋ। ਸਰ ਗੁੱਸਾ ਨਹੀਂ, ਮੈਂ ਇਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਮੇਰੀ ਗੱਲ ਵੀ ਸੁਣੋ ਨਾ ਤੁਸੀਂ। ਤੇ ਸਾਡੇ ਕੋਲ ਪੇਪਰ ਇੱਕ ਵੀ ਨਹੀਂ ਹੈ ਇੱਥੇ ਸੈਕਸ਼ਨ, ਇਹ ਆਊਟਸੋਰਸ ਕਰਕੇ ਅਸੀਂ ਕੰਮ ਚਲਾ ਰਹੇ ਹਾਂ ਕਿ ਲੋਕਾਂ ਦਾ ਕੰਮ ਕਰਦਾ। स्वागत करता हूं दर्शकों चैनल देख दुनिया पहले ज्योति दर्शकों खड़िया जी अज हल्का पूर्वी के जच्चा बच्चा हॉस्पिटल हल्का पूर्वी के आम आदमी तो विधायक दलजीत सिंह फुला गरिया ने अज एक अचनचेत दौरा किया। खड़ा साहब काफ़ी दिन कहना बिजली विधान सभा का सैशन चल रहा, अचनचेत दौरा किया हॉस्पिटल का, किस तरह का स्टाफ का लोगों का कहते जिवें गल्लां आ रही कि कंप्लेंट सी कि हॉस्पिटल के स्टाफ के खिलाफ अज मौके पर पहुंचो, किस तरह का मुआयना करके की गल्लां निकल के सामने आई? ਅੱਜ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਔਰ ਮੈਂ ਮਾਫੀ ਵੀ ਚਾਹੁੰਦਾ ਲੋਕਾਂ ਤੋਂ। ਮੈਂ ਦੇਰੀ ਨਾਲ ਆਇਆ ਵਾਂ ਕਿਉਂਕਿ ਸੈਸ਼ਨ ਚੱਲਦਾ ਸੀਗਾ ਔਰ ਇੱਥੇ ਅਲਟਰਾਸਾਊਂਡ ਦੀ ਜਿਹੜੀ ਕਮੀ ਉਹ 4-4 5-5 ਗੇੜੇ ਮਿਲ ਕੇ ਜਿਹੜੇ ਪ੍ਰੈਗਨੈਂਟ ਲੇਡੀ ਆ ਉਹਨਾਂ ਦੀ ਲੱਗਦੇ ਨੇ ਤੇ ਅਲਟਰਾਸਾਊਂਡ ਨਹੀਂ ਹੋ ਰਹੀ ਸੀ। ਹੋਰ ਵੀ ਕਾਫੀ ਕਮੀਆਂ ਆ ਰਹੀ ਸੀ, ਸਫਾਈ ਦੀ ਕਮੀ ਆ, ਡਾਕਟਰਾਂ ਦੀ ਕਮੀ ਆ, ਮਨਮਰਜ਼ੀ ਚੱਲ ਰਹੀ ਸੀਗੀ। ਤੇ ਉਹਦੇ ਕਰਕੇ ਸਿਵਲ ਸਰਜਨ ਸਾਹਿਬ ਨੂੰ ਨਾ ਬੁਲਾ ਕੇ ਤੇ ਇਹਦਾ ਮਤਲਬ ਕਿ ਦੇਖਣ ਕੀਤਾ ਵਾ ਤੇ ਬਹੁਤ ਵੱਡੀਆਂ ਕਮੀਆਂ ਨੇ ਕਿਉਂਕਿ ਇਹ ਕਮੀ ਬਰਦਾਸ਼ਤ ਨਹੀਂ ਕੀਤੀ ਜਾਊ। ਮੈਂ ਡਾਕਟਰ ਸਾਹਿਬਾਨਾਂ ਨੂੰ ਸਿਵਲ ਸਰਜਨ ਨੂੰ ਇਹ ਗੱਲ ਕਹਿ ਦਿੱਤੀ ਆ ਕਿਉਂਕਿ ਆਮ ਆਦਮੀ ਪਾਰਟੀ ਦਾ ਮਿਸ਼ਨ ਆ ਔਰ ਸਾਫ਼ ਸੁਥਰੀ ਮਿਲ ਕੇ ਸਿਹਤ ਦੇਣਾ ਔਰ ਵਧੀਆ ਸਿਹਤ ਦੇਣਾ ਤੇ ਫ੍ਰੀ ਤੇ ਵਧੀਆ ਦਵਾਈ ਦੇਣੀ ਔਰ ਪੜ੍ਹਾਈ ਦੇਣੀ। ਸਰ ਉੱਥੇ ਹੀ ਆ ਰਿਹਾ ਸੀਗਾ ਵੀ ਤੁਸੀਂ ਕਹਿ ਰਹੇ ਹੋ ਤੁਹਾਡੀ ਸਰਕਾਰ ਬਣੀ ਇਸ ਮੁੱਦੇ ਦੀ ਐਜੂਕੇਸ਼ਨ ਦੇ ਔਰ ਹੈਲਥ ਦੇ ਮੁੱਦੇ ਦੇ, ਅਗਰ ਲੋਕਾਂ ਨੂੰ ਹੁਣ ਵੀ ਇਹ ਚੀਜ਼ਾਂ ਦਾ ਦਿੱਕਤਾਂ ਦਾ ਸਾਹਮਣਾ ਮਿਲੇਗਾ ਤਾਂ ਦੁਬਾਰੇ ਸਰਕਾਰਾਂ ਤੋਂ ਲੋਕਾਂ ਦੀ ਕੀ ਆਸ ਰਹੇ? ਮੈਂ ਤਾਂ ਦੱਸਣਾ ਵੀ 74 ਸਾਲ ਦੇ ਵਿੱਚ ਜਿੰਨੀਆਂ ਵੀ ਅੱਜ ਤੱਕ ਸਰਕਾਰਾਂ ਰਹੀਆਂ ਸਿਰਫ ਗੱਲਾਂ ਹੋਈਆਂ ਨੇ ਔਰ ਪ੍ਰੈਕਟੀਕਲ ਨਹੀਂ ਹੋਇਆ ਔਰ ਗੱਲਾਂ ਨਾਲ ਸਾਰਿਆਂ ਤੇ ਜਿਹੜੀਆਂ ਮਤਲਬ ਕਿ ਅਫਸਰ ਸਾਹਿਬਾਨਾਂ ਦੀਆਂ ਨੇ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੈਗੀਆਂ ਔਰ ਬਹੁਤ ਜ਼ਿਆਦਾ ਅਫਸਰਸ਼ਾਹੀ ਐਸੀ ਹੈ ਜਿਹੜੀ ਮਤਲਬ ਕਿ ਮਨਮਰਜ਼ੀ ਕਰ ਰਹੀ ਆ ਜੋ ਪਿਛਲੀਆਂ ਆਦਤਾਂ ਹਜੇ ਸੁਧਾਰੀਆਂ ਨਹੀਂ। ਪਰ ਉਹਨਾਂ ਨੂੰ ਮੈਂ ਵਾਰਨਿੰਗ ਦੇਣੀ ਚਾਹੁੰਦਾ, ਅਪੀਲ ਵੀ ਕਰਨੀ ਚਾਹੁੰਦਾ ਵੀ ਜਿਹੜੀਆਂ ਆਪਣੀਆਂ ਆਦਤਾਂ ਨੇ ਉਹ ਸੁਧਾਰੋ ਤੇ ਆਪਣੀ ਡਿਊਟੀ ਬਣਦੀ ਆ ਕਿਉਂਕਿ ਆਪਾਂ ਜਿਹੜੇ ਪਬਲਿਕ ਦੇ ਲੋਕਾਂ ਦੇ ਟੈਕਸ ਨੇ ਉਹਨਾਂ ਦੇ ਟੈਕਸਾਂ 'ਚੋਂ ਤਨਖਾਹ ਮਿਲਦੀ ਹੈ ਸਾਨੂੰ ਤੇ ਸਾਡੀ ਡਿਊਟੀ ਬਣਦੀ ਹੈ ਤੇ ਮੈਨੂੰ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਔਰ ਮੈਨੂੰ ਵੀ ਤਨਖਾਹ ਮਿਲਦੀ ਹੈ ਉਹਨਾਂ ਦੇ ਟੈਕਸਾਂ 'ਚੋਂ, ਮੇਰੀ ਵੀ ਡਿਊਟੀ ਬਣਦੀ ਹੈ ਤੇ ਉਹ ਮੈਂ ਇਹਨਾਂ ਨੂੰ ਅਪੀਲ ਕਰਦਾ ਵੀ ਆਪਾਂ ਦੋਨੇ ਇਕੱਠੇ ਰਲ ਕੇ ਕਿਉਂਕਿ ਪੋਲੀਟੀਸ਼ੀਅਨ ਤੇ ਅਫਸਰ ਸਾਹਿਬਾਨ ਮੁਲਾਜ਼ਮ ਸਾਹਿਬਾਨ ਰਲ ਕੇ ਹੀ ਆਪਾਂ ਸੁਧਾਰ ਸਕਦੇ ਹਾਂ ਤੇ ਔਰ ਆਪਾਂ ਇਸ ਨੂੰ ਨੇਕ ਨੀਤੀ ਨਾਲ ਨੇਕ ਦਿਲੀ ਨਾਲ ਇਮਾਨਦਾਰੀ ਨਾਲ ਆਪਾਂ ਲੋਕਾਂ ਨੂੰ ਸੁਵਿਧਾ ਦਈਏ, ਲੋਕਾਂ ਨੂੰ ਸਰਵ ਕਰੀਏ ਕਿਉਂਕਿ ਸਾਡੇ ਜੱਚਾ ਬੱਚਾ ਹਸਪੀਟਲ ਦਾ ਨਾਮ ਦਿੱਤਾ ਗਿਆ ਵਾ। ਡਿਵੈਲਪਮੈਂਟ ਤੇ ਹਸਪੀਟਲ ਦੇ ਵਿੱਚ ਕੋਈ ਮਸ਼ੀਨਾਂ ਜਾਂ ਟੈਕਨੋਲੋਜੀ ਨੂੰ ਲੈ ਕੇ ਕੰਮ ਰਹਿੰਦੇ ਹੋਣਗੇ, ਲੋਕ ਬੈਠੇ ਆ, ਤੁਸੀਂ ਮਿਲੇ ਉਹਨਾਂ ਨੂੰ ਗੱਲਬਾਤ ਹੋਈ ਆ, ਕਿਸ ਤਰ੍ਹਾਂ ਦੀ ਲੋਕਾਂ ਦੇ ਪ੍ਰੋਬਲਮ ਦੱਸੀਆਂ? ਤੁਸੀਂ ਲੇਡੀਜ਼ ਦਾ ਲੇਬਰ ਵਾਰਡ ਹੈਗਾ ਵਾਰਡ 'ਚ ਜਾ ਕੇ ਆਏ ਹੋ, ਜਿੱਦਾਂ ਕਹਿ ਰਹੇ ਕਿ ਹਸਪੀਟਲ ਦੇ ਵਾਸ਼ਰੂਮ ਪਾਣੀ ਵਾਲੀ ਪੀਲਾ ਦਾ ਔਰ ਜਿੱਥੇ ਉਹ ਬੱਚੇ ਪਏ ਨੇ ਤੁਸੀਂ ਉਹ ਦੇਖ ਕੇ ਆਏ ਹੋ, ਦਿੱਕਤਾਂ ਪਰੇਸ਼ਾਨੀਆਂ ਕਿੱਦਾਂ ਲੋਕਾਂ ਦੇ? ਬਿਲਕੁਲ ਮੈਂ ਤਾਂ ਦੱਸਿਆ ਵੀ ਸਾਰਾ ਜੋ ਹਸਪੀਟਲ ਦਾ ਦੌਰਾ ਕੀਤਾ ਤੇ ਦਿੱਕਤਾਂ ਬਹੁਤ ਨੇ ਤੇ ਪਰ ਇਹ ਨੂੰ ਹੁਣ ਅੱਜ ਤੋਂ ਹੀ ਮਿਲ ਕੇ ਪਹਿਲਾਂ ਵੀ ਮਿਲ ਕੇ ਮੈਂ ਫੋਨ ਤੇ ਵੀ ਇਹਨਾਂ ਨੂੰ ਕਿਹਾ ਸੀਗਾ ਤੇ ਅੱਜ ਮੈਂ ਆਪ ਖੁਦ ਆ ਕੇ ਦੇਖਿਆ ਤੇ ਬਾਕੀ ਹਾਲਤ ਮਾੜੀ ਹੈ ਤੇ ਬਿਲਕੁਲ ਸੁਧਾਰੀ ਜਾਊਗੀ। ਤੇ ਹੁਣ ਜਿਵੇਂ ਕਿ ਹੁਣ ਆਮ ਆਦਮੀ ਪਾਰਟੀ ਵੱਲੋਂ ਮੁਹੱਲਾ ਡਿਸਪੈਂਸਰੀਆਂ ਦਾ ਮਿਲ ਕੇ ਜੋ ਸ਼ੁਰੂਆਤ ਕੀਤੀ ਜਾ ਰਹੀ ਹੈ 15 ਅਗਸਤ ਨੂੰ 75 ਮਾਲ ਕੇ ਆਜ਼ਾਦੀ ਦਿਵਸ ਸਾਡਾ ਆ ਰਿਹਾ ਤੇ ਉਸ ਦਿਨ ਤੋਂ 75 ਮੁਹੱਲਾ ਕਲੀਨਿਕ ਬਣਾ ਕੇ ਜਿੱਥੇ ਹਰ ਟੈਸਟ ਫ੍ਰੀ ਹੋਊਗਾ, ਹਰ ਆਪਰੇਸ਼ਨ ਮਿਲ ਕੇ ਫ੍ਰੀ ਹੋਊਗਾ ਤੇ ਹਰ
ਅਲਟਰਾਸਾਊਂਡ ਚਾਹੇ ਐਕਸਰਾ ਵਾ ਸਭ ਕੁਝ ਫ੍ਰੀ ਹੋਗਾ ਤੇ ਫ੍ਰੀ ਦਵਾਈ ਤੇ ਫ੍ਰੀ ਸਾਰਾ ਕੁਝ ਹੋਊਗਾ। ਕੋਵਿਡ ਦੇ ਗੜਿਆ ਸਾਹਿਬ ਕੇਸ ਦੁਬਾਰੇ ਵਧ ਰਹੇ ਨੇ, ਇਸ ਚੀਜ਼ ਨੂੰ ਲੈ ਕੇ ਕਿੱਦਾਂ ਤੁਸੀਂ ਕੀ ਸੋਚ ਰਹੇ ਹੋ, ਕਿੱਦਾਂ ਦੇ ਸਟਾਫ ਨਾਲ ਗੱਲ ਰਹੇ? ਬਿਲਕੁਲ ਸਰਕਾਰ ਵੱਲੋਂ ਸਖਤ ਹਦਾਇਤਾਂ ਨੇ। ਕੋਵਿਡ ਦੇ ਜਿਹੜੇ ਕੇਸ ਵੱਧ ਰਹੇ ਤੇ ਉਹਨਾਂ ਦੇ ਪਹਿਲਾਂ ਹੀ ਉਹਦੇ ਵਾਸਤੇ ਮਿਲ ਕੇ ਅਵੇਅਰ ਕੀਤਾ ਜਾਵੇ ਸਾਰਿਆਂ ਨੂੰ ਤੇ ਉਹਨਾਂ ਦਾ ਧਿਆਨ ਰੱਖਿਆ ਜਾਵੇ ਤੇ ਸਰਕਾਰ ਬਿਲਕੁਲ ਪਹਿਰਾ ਦੇ ਰਹੀ ਹੈ। ਸਾਡੇ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਜੀ ਔਰ ਸਾਡੇ ਮੁੱਖ ਮੰਤਰੀ ਦਿੱਲੀ ਦੇ ਜਿਹੜੇ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੁਖੀ ਆਮ ਆਦਮੀ ਪਾਰਟੀ ਦੇ, ਉਹਨਾਂ ਦੀ ਹਦਾਇਤਾਂ ਨੇ ਵੀ ਜੋ ਦਿੱਲੀ ਦੇ ਵਿੱਚ ਅੱਜ ਹੈਲਥ ਸਿਸਟਮ ਸਹੀ ਕਰਕੇ ਔਰ ਐਜੂਕੇਸ਼ਨ ਸਿਸਟਮ ਕਰਕੇ ਅਪਲਾਈਮੈਂਟ ਦੇ ਕੇ ਤੇ ਅੱਜ ਪੂਰੀ ਦੁਨੀਆ ਚਰਚਾ ਤੇ ਇਸੇ ਤਰ੍ਹਾਂ ਹੀ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਸਾਹਿਬ ਭਗਵੰਤ ਸਿੰਘ ਮਾਨ ਜੀ ਵੀ ਆਪਣੇ ਦਿਨ ਰਾਤ ਇੱਕ ਕਰਨ ਲੱਗੇ ਹੋਏ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਚਾਹੇ ਕੋਵਿਡ ਦੀ ਗੱਲ ਕਰ ਲਿਆ ਚਾਹੇ ਹੋਰ ਕੋਈ ਗੱਲ ਕਰ ਲਿਆ ਬਿਲਕੁਲ ਉਹਦੀ ਰੋਕਥਾਮ ਵਾਸਤੇ ਪਹਿਲਾਂ ਹੀ ਪ੍ਰਬੰਧ ਕੀਤੇ ਹੋਏ ਨੇ ਔਰ ਕੀਤੇ ਜਾਣ। ਐਕਸਪਾਇਰੀ ਡੇਟ ਵਾਲੀ ਇੱਕ ਦਵਾਈ ਦਾ ਸਾਹਮਣੇ ਆ ਸੀਗਾ, ਤੁਸੀਂ ਥੋੜੇ ਦਿਨ ਪਹਿਲਾਂ ਇੱਕ ਕੋ ਪਰਿਵਾਰ ਨੇ ਤੁਹਾਨੂੰ ਅਪਰੋਚ ਕੀਤੀ ਸੀਗੀ, ਉਸ ਪਰਿਵਾਰ ਨੂੰ ਕੀ ਨਿਆਂ ਦਵਾਇਆ ਸੀਗਾ ਔਰ ਹਸਪੀਟਲ ਦੇ ਅੱਜ ਵੀ ਤੁਸੀਂ ਸ਼ਾਇਦ ਡਾਕਟਰ ਸਾਹਿਬਾਂ ਨੂੰ ਵੀ ਕੋਈ ਤਾੜਨਾ ਕੀਤੀ ਹੈ, ਤੁਹਾਡੀ ਕੋਈ ਆਰਗੂਮੈਂਟ ਹੋਇਆ ਉਹਨਾਂ ਨਾਲ, ਕਿਸ ਤਰ੍ਹਾਂ ਦੀ ਵਾਰੀ ਹੁੰਦੀ? ਬਿਲਕੁਲ ਡਾਕਟਰ ਸਾਹਿਬ ਨੂੰ ਸਿਵਲ ਸਰਜਨ ਨੂੰ ਮੈਂ ਭੇਜਿਆ ਸੀ, ਉਹਨਾਂ ਨੇ ਐਪਲੀਕੇਸ਼ਨ ਲੈ ਕੇ ਆਪਣੀ ਕਮੇਟੀ ਬਣਾ ਦਿੱਤੀ ਆ। ਉਹ ਕਮੇਟੀ ਦੀ ਰਿਪੋਰਟ ਮੈਂ ਸਿਵਲ ਸਰਜਨ ਨੂੰ ਉਹਨੇ ਕਿਹਾ ਵੀ ਉਹ ਜੋ ਵੀ ਬਣਦੀ ਆ ਉਹ ਦਿਓ ਤੇ ਉਹਦੇ 'ਤੇ ਕਾਰਵਾਈ ਕੀਤੀ ਜਾਵੇ ਤੇ ਜਿਹੜਾ ਵੀ ਕੋਈ ਗਲਤੀ ਕਰੂਗਾ ਤੇ ਜਿਹੜਾ ਵੀ ਕੋਤਾਹੀ ਵਰਤੂਗਾ ਖਾਸ ਕਰਕੇ ਹੈਲਥ ਨਾਲ ਖਿਲਵਾੜ ਕਰੂਗਾ ਜਿਹੜਾ ਉਹ ਬਖਸ਼ਿਆ ਨਹੀਂ। ਕਿਤੇ ਨਾ ਕਿਤੇ ਪਰ ਵਿਰੋਧੀ ਗੱਲਾਂ ਚੱਕਰਾਂ ਦੇ ਆਸ ਕਰਦੇ ਹਾਂ ਕਿ ਗਰੇਵਾਲ ਸਾਹਿਬ ਇੱਥੇ ਵਿਜ਼ਿਟ ਕਰਦੇ ਰਹਿਣਗੇ, ਤੁਹਾਡੇ ਐਕਸ਼ਨ ਦੇ ਮੋਡ ਦੇ ਵਿੱਚ ਰਹੋਗੇ, ਲੋਕਾਂ ਨੂੰ ਪਛਾਣੇ ਲੈਣਗੀਆਂ। ਕੰਪਲੇਂਟ ਸਮਝਦੇ ਨੇ ਕਿ ਜ਼ੂਮ ਤੇ ਵੀ ਤੁਹਾਨੂੰ ਸ਼ਾਇਦ ਕਾਲ ਆਈ ਸੀਗੀ, ਉਹ ਕੀ ਮਾਮਲਾ ਸੀਗਾ? ਬਿਲਕੁਲ ਮੈਨੂੰ ਹੁਣੇ ਇੱਥੇ ਆਇਆ ਤੇ ਕਿਸੇ ਨੂੰ ਪਤਾ ਲੱਗਿਆ ਵੀ ਕਿਸੇ ਸ਼ਖਸ ਨੂੰ ਮੈਂ ਨਹੀਂ ਜਾਣਦਾ, ਉਹਨੂੰ ਮਾਈ ਫੇਸ ਨਹੀਂ ਮਿਲਿਆ ਤੇ ਉਹਨੇ ਦੱਸਿਆ ਵੀ ਮਤਲਬ ਕਿ ਸਾਡਾ 1 ਮਹੀਨੇ ਦਾ ਬੱਚਾ ਸੀਗਾ ਤੇ ਅਸੀਂ ਇੱਥੇ ਹਸਪੀਟਲ ਲੈ ਕੇ ਆਏ ਤੇ ਜਿਹੜਾ ਬੱਚਿਆਂ ਵਾਲਾ ਡਾਕਟਰ ਸੀਗਾ ਉਹ ਹੈ ਨਹੀਂ ਸੀ, ਤਾਲਾ ਲੱਗਿਆ ਸੀਗਾ ਤੇ ਅਸੀਂ ਡਾਕਟਰ ਰਾਹੁਲ ਨਾਮ ਦਾ ਡਾਕਟਰ ਨੇ ਉਹਨਾਂ ਨੂੰ ਕਿਹਾ ਵੀ ਚੈੱਕ ਕਰ ਲਓ ਤੇ ਉਹਨਾਂ ਨੇ ਚੈੱਕ ਨਹੀਂ ਕੀਤਾ। ਉਹਨਾਂ ਦੱਸਿਆ ਮੁੜ ਕੇ ਫੋਨ ਤੇ ਤੁਸੀਂ ਸੁਣਿਆ ਹੋਣਾ ਵਾ ਤੇ ਉਹਨਾਂ ਨੇ ਆਪਣੇ ਮੋਬਾਈਲ ਦੇ ਉੱਤੇ ਮਸਤ ਸੀਗੇ ਤੇ ਪਰ ਪੇਸ਼ੈਂਟ ਦੀ ਪਰਵਾਹ ਨਹੀਂ ਕੀਤੀ। ਔਰ ਐਸੇ ਜਿਹੜੇ ਲੋਕ ਨੇ ਤੇ ਉਹ ਬਿਲਕੁਲ ਬਖਸ਼ੇ ਨਹੀਂ ਜਾਣਗੇ, ਚਾਹੇ ਉਹ ਆਪਣਾ ਵਾ ਚਾਹੇ ਉਹ ਬਗਾਨਾ ਵਾ ਚਾਹੇ ਉਹ ਮੁਲਾਜ਼ਮ ਆ ਚਾਹੇ ਸਰਕਾਰੀ ਹੈ ਚਾਹੇ ਪ੍ਰਾਈਵੇਟ ਹੈ, ਕੋਈ ਵੀ ਹੈ ਜਿਹੜਾ ਮਤਲਬ ਕਿ ਖਿਲਵਾੜ ਕਰੂਗਾ ਲੋਕਾਂ ਨਾਲ ਉਹ ਨਹੀਂ ਬਖਸ਼ਿਆ। ਗਰੇਵਾਲ ਸਾਹਿਬ ਅਖੀਰ 'ਚ ਲਾਸਟ ਕੁਐਸਚਨ ਕਰਨਾ ਚਾਹੁੰਦਾ, ਇਸ ਕੌਂਸਟੀਟਿਊਸ਼ਨ 'ਚ ਬੜੇ ਗਰੀਬ ਲੋਕ ਨੇ, ਆਲੇ ਦੁਆਲੇ ਦੇ ਵਿੱਚ ਕਾਫੀ ਜ਼ਿਆਦਾ ਗਰੀਬੀ ਰੇਖਾ ਤੋਂ ਨੀਚੇ ਲੋਕ ਰਹਿੰਦੇ ਨੇ, ਇਸ ਕਰਕੇ ਹਸਪੀਟਲ ਐਸਾ ਹਸਪੀਟਲ ਦੇ ਨਾਲ ਡਾਕਟਰ ਦੇ ਨਾਲ ਟਾਈ ਅਪ ਕਿਸ ਤਰ੍ਹਾਂ ਦਾ ਬਿਹੇਵੀਅਰ ਕਿੱਦਾਂ ਰਹੇਗਾ, ਸਟਾਫ ਦਾ ਪਬਲਿਕ ਦਾ ਕੋਈ ਬਿਹੇਵੀਅਰ ਸਹੀ ਕਰਨ ਖਾਤਰ ਕੋਈ ਗੱਲਬਾਤ ਹੋਈ ਹੈ ਕੋਈ? ਬਿਲਕੁਲ ਸਿਵਲ ਸਰਜਨ ਸਾਹਿਬ ਨੂੰ ਇਹਦੇ ਹਦਾਇਤ ਕਰ ਦਿੱਤੀ ਗਈ ਆ ਤੇ ਇਹਦੇ ਜਿਹੜੇ ਵੀ ਪ੍ਰਬੰਧ ਨੇ ਜਿਹੜੀਆਂ ਕਮੀਆਂ ਨੇ ਦੂਰ ਕੀਤੀਆਂ ਜਾਣ ਤੇ 2-4 ਦਿਨ ਦੇ ਵਿੱਚ ਫਿਰ ਅਗਲੇ ਹਫਤੇ ਵਿਜ਼ਿਟ ਕਰਾਂਗੇ ਤੇ ਉਹ ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ ਵੀ ਜਿਹੜੇ ਸਾਡੇ ਹੈਲਥ ਮਿਨਿਸਟਰ ਬੜੇ ਨੇ ਸਾਡੇ ਚੇਤਨ ਸਿੰਘ ਜੀ ਜੌਨ ਮਾਜਰਾ ਤੇ ਉਹ ਵੀ ਵਿਜ਼ਿਟ ਕਰਨਗੇ, ਉੱਪਰ ਵਾਲੇ ਅਫਸਰ ਵੀ ਕਰਨਗੇ ਤੇ ਜਿਹੜੇ ਇੱਥੇ ਮਤਲਬ ਕਿ ਕਮੀਆਂ ਨੇ ਉਹ ਦੂਰ ਕੀਤੀ ਜਾਣਗੀਆਂ ਤੇ ਨਾਲ ਜਿਹੜੀ ਮੁਹੱਲਾ ਮਤਲਬ ਕਿ ਡਿਸਪੈਂਸਰੀਆਂ ਨੇ ਕਲੀਨਿਕਾਂ ਨੇ ਉਹ ਵੀ ਸ਼ੁਰੂਆਤ ਕੀਤੀ ਜਾਣਗੀ। ਧੰਨਵਾਦ ਜੀ। ਇਹ ਸਰ ਜੀ ਹਲਕਾ ਪੂਰਬੀ ਦੇ ਵਿਧਾਇਕ ਸਰਦਾਰ ਦਿਲ ਸਿੰਘ ਭੋਲਾ ਗਰੇਵਾਲ ਜਿਨ੍ਹਾਂ ਨੂੰ ਕਿ ਲਗਾਤਾਰ ਤਸਵੀਰਾਂ ਦਿਖਾ ਰਿਹਾ ਜੱਚਾ ਬੱਚਾ ਹਸਪੀਟਲ ਦੀਆਂ, ਅੱਧਾ ਘੰਟੇ ਤੋਂ ਗਰੇਵਾਲ ਸਾਹਿਬ ਕਲਕੱਟ ਵਿਜ਼ਿਟ ਕਰ ਰਿਹਾ, ਲਾਈਟ ਗਈ ਹੋਈ ਆ, ਬਿਲਕੁਲ ਨੀਚੇ ਲਾਈਟ ਨਹੀਂ ਹੈਗੀ, ਦਿਨ ਦਾ ਇਹ ਹਾਲ ਆ, ਰਾਤ ਨੂੰ ਜੱਚਾ ਬੱਚਾ ਹਸਪੀਟਲ ਆ, ਲੀਵਰ 'ਚ ਮੈਡਮ ਪੇਸ਼ੈਂਟ ਹੋਣਗੇ, ਕਿੰਨੀ ਦੇਰ ਹੋ ਗਈ ਲਾਈਟ ਗਈ ਨੂੰ ਔਰ ਅਸੀਂ ਜਿੱਥੇ ਤੱਕ ਰੂਮ 'ਚ ਜਾ ਕੇ ਆਏ ਹਾਂ ਫਿਲਹਾਲ ਕੋਈ ਪੱਖਾ ਜਾਂ ਫੈਨ ਦਾ ਕੋਈ ਲਾਈਟ ਦਾ ਪ੍ਰਬੰਧ ਨਹੀਂ। 3 ਸਾਲ ਹੋ ਗਏ, 3 ਸਾਲਾਂ ਤੋਂ ਇਹਦੇ ਹਾਲਾਤ ਇਹੀ ਨੇ ਕਿ ਬਦਲੇ ਨੇ ਕੁਝ? ਹਾਂਜੀ ਤੇਲ ਵਗੈਰਾ ਦਾ ਪ੍ਰਬੰਧ ਨਹੀਂ ਹੈਗਾ, ਫੰਡਸ ਵਗੈਰਾ ਨਹੀਂ ਹੈ। ਜਨਰੇਟਰ ਹੈਗਾ ਹਸਪੀਟਲ? ਹਾਂਜੀ ਜਨਰੇਟਰ ਹੈਗਾ। ਹੁਣ ਲਾਈਟ ਗਈ ਨੂੰ ਕਿੰਨਾ ਚਿਰ ਹੋ ਗਿਆ? 15-20 ਮਿੰਟ ਹੋ ਗਿਆ ਆਈ ਥਿੰਕ। 15-20 ਮਿੰਟ ਤੁਹਾਨੂੰ ਪਤਾ ਕਿ ਐਮਐਲਏ ਸਾਹਿਬ ਪਹੁੰਚੇ ਹੋਏ ਆ, 20 ਮਿੰਟ ਦੇ ਉੱਤੋਂ ਜਿਹੜੇ ਰੂਮ ਦੇ ਵਿੱਚ ਪੇਸ਼ੈਂਟ ਬੈਠੇ ਨੇ ਕੋਈ ਜਨਰੇਟਰ ਵਗੈਰਾ ਚਲਾ ਕੇ ਲਾਈਟ ਸੋਰਸਿਸ ਦਿੱਤੀ ਜਾ ਰਹੀ ਉਹਨਾਂ ਨੂੰ? ਇਨਵੇਟਰ ਦਾ ਇੱਕ ਕਨੈਕਸ਼ਨ ਪੱਖੇ ਦਾ ਤੇ ਲਾਈਟ ਦਾ ਉਧਰਲੇ ਰੂਮ 'ਚ, ਇੱਕ ਇੱਥੇ ਇੱਕ ਲੇਬਰ ਰੂਮ 'ਚ। ਲੇਬਰ ਰੂਮ ਦੇ ਵਿੱਚ ਹੈਗਾ, ਪਤਾ ਅਗਰ ਰਾਤ ਨੂੰ ਮੰਨ ਲਓ ਬੈਟਰਾ ਡਾਊਨ ਹੋ ਜਾਵੇ ਕੁਝ ਦਿੱਕਤ ਆ ਜਾਵੇ ਤਾਂ ਕਿੱਦਾਂ ਸਰਵਾਈਵ ਕਰਨੀ? ਇੱਕ ਤਾਂ ਐਮਰਜੈਂਸੀ ਲਾਈਟਸ ਸਾਡੇ ਕੋਲ ਹੈਗੀਆਂ ਆ, ਬਾਕੀ ਲਾਈਟ ਵਗੈਰਾ ਤਾਂ ਕੋਈ ਹੈ ਨਹੀਂ ਗਾ ਜਨਰੇਟਰ। ਤੇ ਫਿਰ ਹੁਣ ਐਮਐਲਏ ਸਾਹਿਬ ਖੜੇ ਨੇ, ਉਹਨਾਂ ਨੂੰ ਦੱਸੋ ਇਨ ਫਿਊਚਰ ਦੇ ਵਿੱਚ ਇਦਾਂ ਕਹਿੰਦੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ, ਕਿਸੇ ਤਰ੍ਹਾਂ ਦੀ ਦਿੱਕਤ ਆ ਕੋਈ ਹਸਪੀਟਲ ਨੂੰ ਤੁਸੀਂ ਕੋਈ ਰਿਟਰਨ ਵਗੈਰਾ ਵਿੱਚ ਦਿਓ, ਕਿਉਂਕਿ ਇਹ ਲੋਕਾਂ ਦੀ ਸੁਵਿਧਾ ਵਾਸਤੇ ਹਸਪੀਟਲ ਬਣਾਇਆ ਗਿਆ ਵਾ, ਪਬਲਿਕ ਦੀ ਜਨਤਾ ਦੇ ਨਾਲ ਕਿਉਂ ਖਿਲਵਾੜ ਕਰ ਰਹੇ ਆ? ਹਾਂਜੀ ਇਹ ਤਾਂ ਹੈ, ਬਾਕੀ ਗੱਲ ਕਰਦੇ ਹੁਣ ਐਮਐਲਏ ਸਾਹਿਬ ਖੜੇ ਨੇ ਤੁਹਾਡੇ ਹਸਪੀਟਲ ਦੇ ਨਾਲ ਗੱਲ ਕਰ ਰਹੇ ਆ, ਅਗਰ ਸਟਾਫ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਤਾਂ ਮਾਮਲਾ ਧਿਆਨ ਦਿਓ। ਠੀਕ ਹੈ, ਦੇਖ ਸਕਦੇ ਹੋ ਜੱਚਾ ਬੱਚਾ ਹਸਪੀਟਲ ਦੀਆਂ ਤਸਵੀਰਾਂ ਕਿ ਕਹਿ ਰਹੇ ਨੇ ਸਟਾਫ ਕਿ ਜਨਰੇਟਰ ਅਵੇਲੇਬਲ ਆ ਬਟ ਸਾਡੇ ਕੋਲ ਤੇਲ ਪਵਾਉਣ ਨੂੰ ਪੈਸੇ ਹੈ ਨਹੀਂਗੇ। ਆਹ ਸਾਡੇ ਦੇਸ਼ ਦੇ ਹਾਲਾਤ ਨੇ ਹਸਪੀਟਲਾਂ ਦੇ ਉੱਤੇ। ਰਾਤ ਨੂੰ ਪੂਰੀ ਰਾਤ ਲਾਈਟ ਨਹੀਂ ਸੀਗੀ, ਪਰਸੋਂ ਬੰਦ ਰਿਹਾ। ਆ ਬਿਜਲੀ ਵਾਲੇ ਨੂੰ ਫੋਨ ਕੀਤਾ ਸੀਗਾ, ਉਹ ਕਹਿੰਦੇ ਕਿ ਇੱਧਰ ਦੀ ਲਾਈਟ ਨਹੀਂ ਆਣੀ, ਫਿਰ 100 ਰੁਪਏ ਇਕੱਠਾ ਕਰਕੇ ਦਿੱਤਾ। 100 ਰੁਪਏ ਕਿਹਨਾਂ ਨੇ ਇਕੱਠਾ ਕੀਤਾ? ਮੈਂ ਇਕੱਠਾ ਕੀਤਾ ਸੀ। ਤੁਸੀਂ ਕੌਣ ਇੱਥੇ? ਮੈਂ ਆਸ਼ਾ ਵਰਕਰ ਹਾਂ, ਮਰੀਜ਼ ਲੈ ਕੇ ਆਈ ਸੀ। ਆਸ਼ਾ ਵਰਕਰ ਹੋ। ਤੇ ਸਟਾਫ ਨੇ ਕਿਹਾ ਸੀ ਕਿ ਮਰੀਜ਼ਾਂ ਤੋਂ ਪੈਸੇ ਲੈ ਲਓ, ਇਕੱਠੇ ਕਰਕੇ ਤੇ ਤੇਲ ਲਿਆਓ। ਆਹ ਹਾਲਾਤ ਨੇ। ਪੈਸੇ ਮਰੀਜ਼ਾਂ ਨੂੰ ਫਿਰ ਵੰਡਦੇ, ਹਾਂਜੀ ਵਾਪਸ ਦੇ ਦਿੱਤੇ ਮਰੀਜ਼ਾਂ ਨੂੰ। ਸਕਿਉਰਟੀ ਗਾਰਡ ਵਾਲਾ ਕਹਿੰਦਾ ਤੇਲ ਨਹੀਂ ਲਿਆਣਾ। ਜਨਰੇਟਰ ਦੀ ਆਪਣੀ ਨੌਲੇਜ ਵੀ ਆ ਗਿਆ, ਆਪਾਂ ਗੈਟਡ ਚੈੱਕ ਦੀ ਇਸ਼ੂ ਆਪਾਂ ਦੇਖ ਲੈਂਦੇ। ਬੜੇ ਤਰਸਯੋਗ ਹਾਲਾਤ ਨੇ। ਬੱਚੇ ਦੇ ਪਾਣੀ ਗਿਆ ਸੀ, ਬੱਚੇ ਨੂੰ ਸੈਕਸ਼ਨ ਕਰਨੀ ਸੀਗੀ ਤੇ
ਤੇ ਸਟਾਫ ਉਹਨੂੰ ਕਿਹਾ ਗੇਟ ਵਾਲੇ ਨੂੰ ਕਿ ਪੈਂਟ ਜਨਰੇਟਰ ਚਲਾ ਕੇ ਬੱਚਾ ਸੀਰੀਅਸ ਹੈ। ਕਹਿੰਦਾ ਜਦ ਤੱਕ ਮੈਡਮ ਨਹੀਂ ਜ਼ਿੰਮੇਵਾਰੀ ਲੈਂਦੀ ਮੈਂ ਜਨਰੇਟਰ ਨਹੀਂ ਚਲਾਉਂਦਾ। ਬੜੇ ਗਰਿਆ ਸਭ ਤਰਸਯੋਗ ਹਾਲਾਤ ਨੇ, ਦੇਖ ਸਕਦੇ ਛੋਟੇ ਬੱਚੇ ਦੀਆਂ ਗੱਲਾਂ ਕਰ ਰਹੇ ਨੇ, ਕਿੱਦਾਂ ਸਰਵਾਈਵ ਕਰਨਗੇ। ਸਾਰੇ ਥਾਣੇ ਚ ਤੁਹਾਡੀ ਲੱਗੇ ਸੀ। ਜਵਾਬਦੇਹੀ, ਅਗਰ ਇਹਨਾਂ ਦੀ ਜਵਾਬਦੇਹੀ ਨਾ ਜਵਾਬਦੇਹੀ ਤੁਹਾਡੀ ਵੀ ਬਹੁਤ ਸਮਾਜ ਦੇ ਪ੍ਰਤੀ ਹੈ। ਲੋਕਾਂ ਨੂੰ ਤਾਂ ਹੀ ਕਹਿੰਦਾ ਸਟਾਫ ਨੂੰ ਮਿਲੋ, ਲੋਕਾਂ ਨੂੰ ਮਿਲੋ, ਪਬਲਿਕ ਨੂੰ ਮਿਲੋ ਅੰਦਰ ਖਾਤੇ, ਤਾਂ ਕਿ ਲੋਕਾਂ ਨੂੰ ਪਤਾ ਲੱਗੇ। ਕਈ ਵਾਰੀ ਸਟਾਫ ਜਾਂ ਹਸਪਤਾਲ ਦਾ ਜਿਹੜੇ ਮੈਂਬਰਸ ਹੁੰਦੇ ਨੇ ਗੱਲਾਂ ਲਗਾ ਲੈਂਦੇ, ਪਰ ਤੁਹਾਡੇ ਧਿਆਨ ਦੇ ਵਿੱਚ ਗੱਲਾਂ ਇਦਾਂ ਹੀ ਹੋਣਗੀਆਂ। ਬਿਲਕੁਲ ਮੇਰੀ ਡਿਊਟੀ ਹੈ ਜੀ। ਲੋਕਾਂ ਨੇ ਮੈਨੂੰ ਵੋਟਾਂ ਪਾਈਆਂ ਤੇ ਮੈਨੂੰ ਚੁਣਿਆ ਗਿਆ ਇੱਥੋਂ ਨੁਮਾਇੰਦਾ ਇਸੇ ਕੰਮ ਵਾਸਤੇ। ਤੇ ਜਿਹੜੀਆਂ ਵੀ ਇਹ ਦਿੱਕਤਾਂ ਹੈਗੀਆਂ ਮੈਂ ਅੱਜ ਦੇਖ ਕੇ ਹੈਰਾਨ ਹੋ ਗਿਆ ਵੀ ਜਿੰਨਾ ਮਾੜਾ ਹਾਲ ਹੋ ਗਏ, ਮੇਰਾ ਕੱਲੀ ਹਸਪੀਟਲ ਦਾ ਬੁੱਚੜਖਾਨੇ ਤੋਂ ਵੱਧ ਮਾੜਾ ਹਾਲ ਹੈ। ਤੇ ਬਿਲਕੁਲ ਇਹ ਸਹੀ ਹੋਊਗਾ, ਸਿਵਲ ਸਰਜਨ ਸਾਹਿਬ ਕੋਲ ਖੜੇ ਨੇ ਤੇ ਨਹੀਂ ਤਾਂ ਮਤਲਬ ਕਿ ਸੀਐਮ ਸਾਹਿਬ ਨਾਲ ਮਿਲ ਕੇ ਤੇ ਜਿਹੜੇ ਵੀ ਅੱਗੇ ਕਮੀ ਪੇਸ਼ੀ ਹੈ ਜਿਹੜੀ ਉਹ ਦੂਰ ਵੀ ਕੀਤੀ ਜਾਓ ਤੇ ਨਾਲ ਜਿਨ੍ਹਾਂ ਦੀ ਡਿਊਟੀ ਮਿਲ ਕੇ ਗਲਤੀ ਕੀਤੀ ਆ ਤੇ ਉਹਨੂੰ ਸਜ਼ਾ ਵੀ ਦਿੱਤੀ। ਗਰੇ ਸਾਹਿਬ, ਤੁਸੀਂ ਥੋੜੇ ਦਿਨਾਂ ਬਾਅਦ ਕਹਿ ਰਹੇ ਹੋ ਕਿ ਜਿਹੜੇ ਤੁਹਾਡੇ ਮੰਤਰੀ ਬਣੇ ਨੇ ਆਪਣਾ ਹੈਲਥ ਦੇ, ਅਗਰ ਉਹ ਆਣਗੇ ਉਹਨਾਂ ਦੀ ਮੌਜੂਦਗੀ 'ਚ ਇਹ ਹਾਲਾਤ ਹੋਣਗੇ, ਕੀ ਮੈਸੇਜ ਆਏਗਾ ਸਮਾਜ ਨੂੰ? ਮੈਂ ਕਿਹਾ ਬਿਲਕੁਲ ਸਾਡੀ ਡਿਊਟੀ ਹੈ, ਬਿਲਕੁਲ ਸਹੀ ਕਰਾਂਗੇ ਅਸੀਂ ਤੇ ਜੋ ਵੀ ਗਲਤ ਕਰੂਗਾ ਉਹ ਬਖਸ਼ਿਆ ਨਹੀਂ ਜਾਊਗਾ। ਠੀਕ ਹੈ ਜੀ। ਔਰ ਇਸੇ ਕਰਕੇ ਅੱਜ ਇੱਥੇ ਵਿਜ਼ਿਟ ਕਰਨ ਆਏ ਆ ਉਹ ਲੋਕਾਂ ਸਾਡੇ ਸਰ ਡਿਲੀਵਰੀ ਹੋ ਰਹੀ ਆ, ਆਪਾਂ ਇੱਧਰ ਸੁਣ ਸਕਦੇ ਹੋ ਹਾਲਾਤ ਕਿੰਨੇ ਤਰਸਯੋਗ ਨੇ, ਚਾਹੇ ਲੁਧਿਆਣੇ ਦਾ ਸਿਵਲ ਹਸਪੀਟਲ ਹੋਵੇ, ਚਾਹੇ ਜੱਚਾ ਬੱਚਾ ਹਸਪੀਟਲ ਹੋਵੇ। ਬੁਰਾ ਹਾਲ ਹੈ ਜੀ ਇੱਥੇ। ਜਿਹੜੇ ਗੇਟ ਨੂੰ ਕਰਿਆ ਉਹ ਤਨਖਾਹ ਘਟਾ ਕੇ ਇਹਨਾਂ ਨੇ 6000 ਰੁਪਏ ਵੱਡੀ ਆ, ਉਹਨੂੰ ਜਾ ਕੇ ਪੁੱਛੋ ਕਿ ਉਹਦਾ ਹਾਲ ਕੀ ਗੇਟ ਦੀ ਕਰਦਾ। ਉਹ ਵੀ ਵਿਚਾਰਾ ਬਹੁਤ ਆਪਣੇ ਆਪ ਨੂੰ ਦੱਸਦਾ ਵਾ। ਉਹਦੀ ਗੇਟ ਦੇ ਉੱਪਰ ਜਿਹੜਾ ਰੱਖਿਆ ਵਾ 12 ਘੰਟੇ ਡਿਊਟੀ ਆ ਉਹਦੀ, ਉਹਦਾ ਵੀ ਹਾਲ ਪੁੱਛੋ ਜੀ ਉਹਦੇ ਨਾਲ ਕੀ ਹੋ ਰਿਹਾ। ਜੀ ਜੇ ਉਹ ਕਿਸੇ ਨਾਲ ਗੱਲ ਕਰੋ ਤੇ ਉਹ ਉੱਤੋਂ ਫਿਰ ਉਹ ਤੇ ਤੁਹਾਨੂੰ ਉਧਰੋਂ ਖੱਤ ਦਿਖਾਵਾਂਗੇ ਜਿਹੜਾ ਵਾਸ਼ਰੂਮ ਦਾ ਕ੍ਰਿਸੀ ਜਿਹੜਾ ਦਾ, ਇਹ ਜਿਹੜਾ ਪੀਣ ਵਾਲਾ ਪਾਣੀ ਆ, ਹਾਂਜੀ ਹਾਂਜੀ ਹਾਂਜੀ, ਜਿਹਨੂੰ ਵਾਟਰ ਕੂਲਰ ਕਹਿੰਦੇ ਆਪਾਂ। ਵਾਟਰ ਕੂਲਰ ਕਹਿੰਦੇ ਆ, ਹਾਂਜੀ ਹਾਂਜੀ, ਉਹਨਾਂ ਨੇ ਏਦਾਂ ਰੱਖਿਆ ਹੋਵੇ ਕੋਈ ਪਾਣੀ ਨਾ ਪੀ ਸਕੇ। ਉਹ ਪੁੱਠਾ ਰੱਖਿਆ ਕੋਈ ਸਪਲਾਈ ਉਹ ਫਿਲਟਰ ਵਗੈਰਾ ਲੱਗੇ ਨੇ, ਇਹ ਵੀ ਪੈਸੇ ਲਗਾਏ। ਸਾਰੀ ਚੀਜ਼ਾਂ ਨੂੰ ਜੰਗ ਕਿਸੇ ਕੰਮ ਦੀ ਜ਼ਿੰਮੇਵਾਰੀ ਦੇ ਨਾਮ ਤੇ ਜ਼ੀਰੋ ਹੈ, ਚਾਹੇ ਜੋ ਮਰਜ਼ੀ ਕਰਨ ਡਾਕਟਰ। ਰਿਸਪੌਂਸਿਬਿਲਟੀ ਕਿਹਨਾਂ ਦੀ? ਰਿਸਪੌਂਸਿਬਿਲਟੀ ਇਹਨਾਂ ਦੇ ਸਟਾਫ ਦੀ। ਅੱਗੇ ਐਮਐਲਏ ਸਾਹਿਬ ਨੂੰ ਦੱਸਣਗੇ ਆਪਣੀ ਦਿੱਕਤ, ਤਾਂ ਹੀ ਹੱਲ ਹੋਊਗੀ ਨਾ। ਤੁਸੀਂ ਐਮਐਲਏ ਸਾਹਿਬ ਦੀ ਟੀਮ ਵਰਕ ਕਰੋ, ਕੰਮ ਕਰਦੇ ਉਹਨਾਂ ਦੇ ਨਾਲ ਲਗਾਤਾਰ ਹਸਪਤਾਲਾਂ ਜਾਂਦੇ ਜਾਂਦੇ ਹੋ, ਵਾਸ਼ਰੂਮ ਦੇ ਲਾਈਟ ਦੇ। ਅੱਜ ਤੁਸੀਂ ਹਾਲਾਤ ਦੇਖ ਰਹੇ ਕਿ ਜੱਚਾ ਬੱਚਾ ਹਸਪੀਟਲ ਹੈਗਾ, ਡਿਲੀਵਰੀ ਹੁੰਦੀ ਆ ਲੇਡੀਜ਼ ਨੂੰ, ਹਰ ਬੰਦੇ ਨੂੰ ਪੱਖੇ ਦੀ। ਹੁਣ ਆਪਾਂ ਵੀ ਖੜੇ ਆ, ਫੈਨ ਦੀ ਲੋੜ ਹੈਗੀ ਹਸਪਤਾਲ ਦੇ ਅੰਦਰ, ਜਨਰੇਟਰ ਨਹੀਂ ਹੋਵੇਗਾ। ਰੱਬ ਨਾ ਕਰੇ ਸਰ, ਪਰਮਾਤਮਾ ਨਾ ਕਰੇ ਇਹੋ ਜਿਹਾ ਟਾਈਮ ਲਵੇ, ਇਨ ਕੇਸ ਇੱਥੇ ਡੈਥ ਹੋ ਜਾਵੇ ਕਿਸੇ ਨੂੰ, ਪੇਸ਼ੈਂਟ ਦੀ, ਬੱਚੇ ਦੀ, ਜ਼ਿੰਮੇਵਾਰ ਹੋਊਗਾ। ਦੇਖੋ ਜ਼ਿੰਮੇਵਾਰ ਉਹ ਸਟਾਫ ਹੋਊਗਾ ਜਿਹੜਾ ਇਹ ਦਿੱਕਤਾਂ ਦਾ ਅੱਗੇ ਬਿਊਰਾ ਦਿੰਦਾ ਨਹੀਂ ਪਿਆ ਐਮਐਲਏ ਸਾਹਿਬ ਨੂੰ। ਇਹ ਤਾਂ ਅੱਜ ਸਾਨੂੰ ਸ਼ਿਕਾਇਤਾਂ ਆਈਆਂ ਸੀਗੀਆਂ, ਅੱਜ ਅਸੀਂ ਇੱਥੇ ਆਏ ਹਾਂ ਤੇ ਅਸੀਂ ਆਪਣੀ ਅੱਖੀ ਦੇਖਿਆ ਕਿ ਲੋਕੀ ਕੀ ਇੱਥੇ ਨਰਕ ਭੋਗ ਰਹੇ ਨੇ ਕਿ ਲਾਈਟ ਚਲੀ ਗਈ ਆ, ਜਿੱਥੇ ਸਟਾਫ ਬੈਠਾ ਵਾ ਉੱਥੇ ਤਾਂ ਬਿਜਲੀ ਹੈਗੀ ਆ, ਬਾਕੀ ਪੂਰੇ ਹਸਪੀਟਲ 'ਚ ਲਾਈਟ ਨਹੀਂ ਹੈਗੀ। ਸੋ ਇਹ ਦਿੱਕਤਾਂ ਦਾ ਹੱਲ ਕੀਤਾ ਜਾਊਗਾ ਜਲਦੀ। ਐਮਐਲਏ ਸਾਹਿਬ ਸਾਫ਼ ਕਰਨ ਕਿਤੇ ਕਵਰ ਅਪ ਕਰਨ ਦੀ ਕੋਸ਼ਿਸ਼ ਕਰਦਾ ਕਿ ਸਾਡੇ ਕੋਲ ਹੈਗਾ ਸਾਰਾ ਕੁਝ। ਗਰਲ ਸਾਹਿਬ ਪਾਣੀ ਵਾਲੇ ਦੇਖ ਸਕਦੇ ਹੋ ਹਾਲਾਤ, ਆਹ ਦੇਖੋ ਕਿਸ ਤਰ੍ਹਾਂ ਪਏ ਹੋਏ ਆਪਸ ਵਿੱਚ ਵਗੈਰਾ ਵੀ ਲੱਗੇ ਹੋਏ ਨੇ, ਦੇਖ ਸਕਦੇ ਹੋ। ਮਿੰਟ ਭੈਣ ਜੀ ਦੁਬਾਰਾ ਦੱਸਿਓ, ਬੋਲਿਓ ਦੁਬਾਰਾ। ਡਾਕਟਰ ਜਿਹੜੇ ਸਾਡੇ ਨਾਲ ਸੀਗੇ ਉਹ ਕਹਿੰਦੇ ਕਿ ਤੁਸੀਂ ਇੱਕ ਮਿੰਟ ਦੇਖ ਲਓ ਬੱਚੇ ਨੂੰ ਹਾਂ ਕਿ ਜ਼ਰੂਰੀ ਹੈ। ਹਾਂ, ਕਹਿੰਦੇ ਨਹੀਂ ਤੁਸੀਂ ਫੋਨ ਚਲਾ ਰਹੇ ਸੀਗੇ, ਬੰਦਾ ਦੇਖਣ ਦਾ ਫੋਨ ਚਲਾ ਰਹੇ ਸੀ ਆਪਣਾ। ਡਾਕਟਰ ਰਾਹੁਲ ਫੋਨ ਚਲਾ ਰਿਹਾ ਸੀਗਾ। ਹਾਂਜੀ ਡਾਕਟਰ ਤੁਸੀਂ ਜਾਣਦੇ ਹੋ ਡਾਕਟਰ ਰਾਹੁਲ ਨੂੰ? ਮੈਂ ਵੀ ਤੁਹਾਡੇ ਪਿੱਛੇ ਹਾਂਜੀ ਡਾਕਟਰ ਰਾਹੁਲ ਦਾ ਫੇਸ ਦੇਖਿਆ ਤੁਸੀਂ? ਹਾਂਜੀ ਕੀ ਕਿਹਾ ਉਹਨਾਂ ਤੁਹਾਨੂੰ? ਇੱਕ ਮਿੰਟ ਭੈਣ ਜੀ ਨਾਲ ਗੱਲ ਕਰਾਇਓ। ਗਗਨ ਜੀ ਭੈਣ ਜੀ ਨਾਲ ਗੱਲ ਕਰਾਓ। ਗਗਨ ਜੀ ਭੈਣ ਜੀ ਨਾਲ ਗੱਲ ਕਰਾਓ ਦੁਬਾਰਾ। ਹਾਂਜੀ ਭੈਣ ਜੀ ਕੀ ਕਿਹਾ ਡਾਕਟਰ ਰਾਹੁਲ ਨੇ, ਕੀ ਕਿਹਾ ਤੁਹਾਨੂੰ? ਉਹ ਮਤਲਬ ਕਿ ਜਿਹੜੇ ਨਾਲ ਮੈਡਮ ਸੀ ਉਹ ਗੱਲ ਕਰ ਰਹੇ ਸੀ। ਉਹ ਮੈਡਮ ਕਹਿ ਰਹੇ ਸੀ ਤੁਸੀਂ 1 ਸੈਕਿੰਡ ਦੇਖ ਲਓ ਪਹਿਲਾਂ ਬੱਚੇ ਨੂੰ, ਐਮਰਜੈਂਸੀ ਹੈ। ਕਹਿੰਦੇ ਐਮਰਜੈਂਸੀ 1 ਸੈਕਿੰਡ ਦੇਖ ਲਓ। ਹਾਂ ਹਾਂਜੀ ਹਾਂ। ਤੇ ਕਹਿੰਦੇ ਵੀ ਨਹੀਂ ਤੁਸੀਂ ਵੱਡੇ ਸਿਵਲ ਹਸਪੀਟਲ 'ਚ ਭੇਜ ਦਿਓ। ਤੇ ਉਹ ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ? ਨਾ ਬਿਲਕੁਲ ਨਹੀਂ, ਬਿਲਕੁਲ ਬਸ ਫੋਨ ਤੇ ਮਸਤ ਸੀਗੇ। ਉਹਨਾਂ ਨੇ ਫੋਨ ਤੇ ਮਸਤ ਸੀਗੇ। ਵੈਰੀ ਗੁੱਡ। ਕੋਈ ਨਹੀਂ ਭੈਣ ਜੀ, ਕੋਈ ਗੱਲ ਨਹੀਂ। ਹਾਂ ਹਾਂ ਪੁੱਛ ਲੈਂਦੇ ਯਾਰ, ਦੇਖਦੇ ਆ ਤਾਂ ਹਾਂ। ਰਾਹੁਲ ਸਰ ਨੇ ਮੂਰੇ ਤੋਂ ਕਿਹਾ ਵੀ ਤੁਸੀਂ ਪਲੀਜ਼ ਮੈਡਮ ਉਧਰ ਲੈ ਜਾਓ, ਜਾਂ ਪਤਾ ਨਹੀਂ ਕਹਿ ਰਹੇ ਵੀ ਮੈਨੂੰ ਕੋਈ ਟੈਨਸ਼ਨ ਹੈ ਜਾਂ ਕੁਛ ਏਦਾਂ ਵਾ। ਰੱਬ ਜਾਣੇ ਇਹਨਾਂ ਨੇ ਕੀ ਜਵਾਬ ਦਿੱਤਾ। ਦੇਖਿਆ ਨਹੀਂ ਹੈਗਾ ਬੱਚੇ ਟਰਾਈ ਨੂੰ? ਨਹੀਂ ਕੀਤਾ ਹੈਗਾ ਵੀ ਮੈਨੂੰ ਸਿੱਧਾ ਹੀ ਉੱਥੇ ਦਾ ਰਸਤਾ ਦਿਖਾਇਆ ਵਾ। ਕੋਈ ਦੇਖਿਆ ਨਹੀਂ ਡਾਕਟਰ ਸਾਹਿਬ ਤੁਸੀਂ? ਆ ਤੁਹਾਡੇ ਬਾਰੇ ਕਹਿ ਰਿਹਾ, ਤੁਹਾਡੇ ਕੋਲ ਘੰਟਾ ਪਹਿਲਾਂ ਇੱਕ ਪੇਸ਼ੈਂਟ ਆਇਆ ਸੀਗਾ ਤੇ ਚਲੋ ਬੱਚਿਆਂ ਵਾਲੇ ਜਿਹੜਾ ਉਹ ਬੰਦ ਸੀਗਾ ਤੇ ਮੈਡਮ ਨੇ ਤੁਹਾਡੇ ਕੋਲ ਭੇਜਿਆ, ਤੁਸੀਂ ਕਹਤਾ ਜੀ ਮਿਲ ਕੇ ਮੇਰੇ ਕੋਲ ਨਹੀਂ ਦੇਖਣਾ, ਲੈ ਜਾਓ ਅੱਗੇ। ਬੋਲਿਓ ਜੀ, ਖੜੇ ਨੇ ਮੇਰੇ ਕੋਲ ਡਾਕਟਰ ਸਾਹਿਬ। ਹਾਂਜੀ ਮੈਂ ਆਪਣੀ ਵਾਈਫ ਨੂੰ ਲਾਈਨ ਤੇ ਲੈਣਾ ਜੀ, ਕੰਟਰੋਲ ਰੱਖਿਓ। ਹੈ ਮੈਂ ਵਾਈਫ ਨੂੰ ਲਾਈਨ ਤੇ ਲੈਣਾ ਜੀ। ਜਿਹਨਾਂ ਨਾਲ ਵਾਈਫਾਈ ਸੀ, ਤੁਸੀਂ ਆਏ ਸੀਗੇ? ਵਾਈਫਾਈ ਸੀ ਨਾਲ, ਮੈਂ ਤਾਂ ਬਾਹਰ ਖੜਾ ਸੀਗਾ ਨਾ, ਵਾਈਫ ਹੀ ਅੰਦਰ ਗਏ ਸੀ। ਵਾਈਫ ਨਾਲ ਗੱਲ ਕਰਾਇਓ ਮਾੜੇ ਜੀ। ਹੋਲਡ ਰੱਖਿਓ ਜੀ, ਧੰਨਵਾਦ। ਡਾਕਟਰ ਸਾਹਿਬ ਬਹੁਤ ਸ਼ਿਕਾਇਤਾਂ ਆ ਰਹੀਆਂ ਨੇ, ਬਹੁਤ ਜ਼ਿਆਦਾ। ਤੁਸੀਂ
ਜਿਸ ਵਿਅਕਤੀ ਨਾਲ ਆ ਤੁਹਾਡੇ ਸਾਹਮਣੇ ਮੈਂ ਤਾਂ ਮੈਨੂੰ ਤਾਂ ਹੁਣ ਆ ਫੋਨ ਆਇਆ ਜੀ। ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵਿਧਾਇਕ ਗਰੇਵਾਲ ਸਾਹਿਬ ਜਿੱਦਾਂ ਲੋਕਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਨੇ ਹਸਪੀਟਲ ਦੇ ਸਟਾਫ ਦੇ ਨਾਲ ਗੱਲਬਾਤ ਕਰਦੇ ਹੋਏ ਤੁਹਾਨੂੰ ਫੋਨ ਆਇਆ, ਉਹਨੂੰ ਲਾਈਵ ਦੇਖ ਕੇ ਫੋਨ ਆਇਆ ਵੀ ਤੁਸੀਂ ਉੱਥੇ ਆਏ ਹੋ। ਤੁਸੀਂ ਆਪਣਾ ਫੋਨ ਤੇ ਮਸਤ ਹੋ, ਕਮਾਲ ਕਰੀ ਜਾਂਦੇ ਤੁਸੀਂ। ਲੋਕ ਤਰਸੇ ਫਿਰਦੇ ਨੌਕਰੀਆਂ ਵਾਸਤੇ, ਤੁਹਾਨੂੰ ਨੌਕਰੀ ਮਿਲੀ ਹੈ ਤੇ ਤੁਸੀਂ ਮਿਲ ਕੇ ਲੋਕਾਂ ਨੂੰ ਟੈਕਸ ਸਮਝਦੇ ਹੋ। ਇਹ ਲੋਕਾਂ ਦੇ ਟੈਕਸਾਂ ਚੋਂ ਤਨਖਾਹ ਚੋਂ ਪੈਸੇ ਮਿਲ ਕੇ ਆਪਣੇ ਟੈਕਸਾਂ ਦੇ ਵਿੱਚੋਂ ਤਨਖਾਹ ਮਿਲਦੀ ਆਪਾਂ ਨੂੰ, ਤੇ ਆਪਾਂ ਕੋਈ ਪਰਵਾਹ ਨਹੀਂ ਆਪਣੀ। ਡਾਕਟਰ ਸਾਹਿਬ ਲਿਖ ਕੇ ਭੇਜੋ ਨੰਬਰ ਖਿਲਾਫ, ਆਪਾਂ ਇਹਨਾਂ ਨੂੰ ਲਿਖ ਕੇ ਭੇਜੋ ਨੰਬਰ ਖਿਲਾਫ। ਆ ਥੋੜੇ ਮੈਂ ਤਾਂ ਕਿਸੇ ਬੁਲਾਇਆ ਨਹੀਂ ਹੈਗਾ, ਔਰ ਮੈਨੂੰ ਬੜੀਆਂ ਸ਼ਿਕਾਇਤਾਂ ਆਈਆਂ, ਮੇਰੇ ਕੁਦਰਤੀ ਮੇਰਾ ਟਾਈਮ ਨਹੀਂ ਮਿਲਿਆ ਹੈਗਾ ਤੇ ਆਹ ਹਾਲ ਹੋ ਰਿਹਾ ਇੱਥੇ। ਇਹਦਾ ਬੁੱਚੜਖਾਨੇ ਤੋਂ ਭੈੜਾ ਹਾਲ ਹੈ। ਇਹਨਾਂ ਦਾ ਸਟਾਫ ਕਹਿ ਰਿਹਾ ਵੀ ਮੈਡਮ ਡਾਕਟਰ ਸਾਹਿਬ ਦੇਖ ਲਓ ਐਮਰਜੈਂਸੀ ਆ, ਤੇ ਕਹਿੰਦੇ ਜੀ ਕੋਈ ਗੱਲ ਨਹੀਂ ਤੁਸੀਂ ਲੈ ਜਾਓ, ਆਪਣਾ ਪਹੁੰਚ ਮਸਤ ਨੇ। ਅਲਟਰਾਸਾਊਂਡ ਨੂੰ ਤਾਲਾ ਲੱਗਿਆ ਹੋਇਆ, ਕਿਉਂਕਿ ਬੱਚਿਆਂ ਦੇ ਜਿਹੜੇ ਹਸਪਤਾਲ ਉੱਥੇ ਤਾਲਾ ਲੱਗਿਆ ਹੋਇਆ। ਯਾਰ ਫਿਊਚਰ ਜਾਂ ਤਾਂ ਤੁਸੀਂ ਮੇਰੇ ਤੋਂ ਅਪਡੇਟ ਲੈ ਲਓ ਫਿਰ। ਡਾਕਟਰ ਸਾਹਿਬ ਤੁਹਾਡਾ ਫਰਜ਼ ਬਣਦਾ ਵਾ, ਐਮਰਜੈਂਸੀ ਕਹਿ ਰਿਹਾ, ਤੁਹਾਡਾ ਫਰਜ਼ ਬਣਦਾ, ਤੁਸੀਂ ਡਾਕਟਰ ਹੋ, ਚਾਹੇ ਕਿਸੇ ਵੀ ਤੁਸੀਂ ਉਹਦੇ ਮਾਹਰ ਨਹੀਂ ਹੈਗੇ, ਤੁਹਾਡਾ ਫਰਜ਼ ਬਣਦਾ ਵੀ ਡਿਊਟੀ ਤੁਹਾਡੀ ਬਣਦੀ ਹੈ ਵੀ ਮੈਂ ਦੇਖਾਂ ਕੀ ਪ੍ਰੋਬਲਮ ਆ। ਫਸਟ ਏਡ ਦਿਓ, ਚਾਹੇ ਤੁਸੀਂ ਦੇਖ ਕੇ ਪੇਸ਼ੈਂਟ ਰੈਫਰ ਕਰਨਾ, ਉਹਨੂੰ ਫਸਟ ਏਡ ਦਿਓ, ਫਸਟ ਏਡ ਦੇ ਕੇ ਉਹਨੂੰ ਭੇਜੋ ਉਹਨੂੰ। ਤੁਸੀਂ ਆਪਣਾ ਫੋਨ ਤੇ ਬਸ ਦਿਓ ਜੀ, ਕਮਾਲ ਕਰੀ ਜਾਂਦੇ ਹੋ। ਜੀ ਪੇਸ਼ੈਂਟ ਕੰਪਲੇਂਟ ਕਰ ਰਿਹਾ ਕੁਝ ਆਮ ਆਦਮੀ ਪਾਰਟੀ ਸਰਕਾਰ ਬਣ ਗਈ ਹੈ, ਕਾਂਗਰਸ ਅਕਾਲੀ ਦਲ ਦੀ ਸਰਕਾਰ ਨਹੀਂ ਹੈਗੀ, ਇਹ ਸਮਝ ਲਓ। ਸਾਡੇ ਮੁਲਕ ਸਰਕਾਰ ਨੇ ਆਪਣਾ ਮੰਤਰੀ ਨਹੀਂ ਛੱਡਿਆ, ਬਗਾਨੇ ਮੰਤਰੀ ਨਹੀਂ ਛੱਡੇ, ਪਰ ਕੋਈ ਨਹੀਂ ਬਚਣਾ ਇੱਥੇ। ਜੇ ਆਪਾਂ ਮੁਲਕੇ ਤਨਖਾਹ ਲੈਂਦੇ ਆ ਇਹਨਾਂ ਦੇ ਟੈਕਸਾਂ ਚੋਂ, ਉਹਨਾਂ ਦੀ ਦੇਖਭਾਲ ਵਾਸਤੇ ਲੈਂਦੇ ਆਪਾਂ, ਆਪਣੀ ਡਿਊਟੀ ਬਣਦੀ ਆ। ਡਾਕਟਰ ਸਾਹਿਬ ਇਹ ਚੀਜ਼ ਦੀ ਮੁਲਕੇ ਦੁਬਾਰਾ ਨਾ ਸ਼ਿਕਾਇਤ ਆਵੇ। ਨਹੀਂ ਸਰ, ਤੁਸੀਂ ਗਲਤ ਕਿਉਂ ਕਹੇਗਾ? ਨਹੀਂ ਪੇਸ਼ੈਂਟ ਦਾ ਪਤਾ ਹੀ ਨਹੀਂ ਜੀ, ਮੈਂ ਜਾਣਦਾ ਤੱਕ ਨਹੀਂ ਉਹਨੂੰ, ਉਹਦਾ ਫੋਨ ਆਇਆ ਦੇਖ ਕੇ ਮੇਰਾ ਹਾਲ ਹੋਇਆ ਸਾਡਾ। ਆ ਦੱਸੋ ਜੀ ਤੁਸੀਂ ਕਦੋਂ ਆਏ ਸੀ ਅਲਟਰਾਸਾਊਂਡ? ਪਿਛਲੇ ਮਹੀਨੇ 22 ਤਰੀਕ ਨੂੰ ਆਇਆ ਸੀ, 8ਵਾਂ ਮਹੀਨਾ ਲੱਗਾ 2 ਮਈ ਨੂੰ। ਬੱਚੇ ਮੈਂ ਜਦੋਂ ਆਇਆ ਉਹਨਾਂ ਨੇ ਅਲਟਰਾਸਾਊਂਡ ਲੈ ਦਿੱਤੀ, ਇਹਨਾਂ ਨੇ ਬਾਅਦ ਵਿੱਚ ਇੱਥੇ ਅਲਟਰਾਸਾਊਂਡ ਕਰਾਉਣਾ ਹੀ ਬੰਦ ਕੀਤਾ ਅਲਟਰਾਸਾਊਂਡ ਪਿਛਲੇ ਮਹੀਨੇ ਤੋਂ ਬੰਦ ਕਰ ਰਹੇ ਆ। ਦੋ ਤਿੰਨ ਮਹੀਨੇ ਤੋਂ ਬੰਦ ਆ, ਨਾ ਅਲਟਰਾਸਾਊਂਡ ਨਾ ਇੱਥੇ ਖੂਨ ਜਿਹੜਾ ਟੈਸਟ ਕਰਦੇ ਉਹ ਵੀ ਟੈਸਟ ਵੀ ਬੰਦ ਹੋ ਰਹੇ ਨੇ, ਉਹ ਵੀ ਖੂਨ ਨਹੀਂ ਬੰਦ ਕਰ ਦਿੱਤੇ। ਉਸ ਤੋਂ ਬਾਅਦ ਜਿਹੜੇ ਐਕਸਰੇ ਸੀਗੇ ਹੁੰਦੇ ਉਹ ਵੀ ਇਹਨਾਂ ਨੇ ਮਸ਼ੀਨਾਂ ਬੰਦ ਕਰ ਦਿੱਤੀਆਂ। ਕਿੰਨੇ ਮਸ਼ੀਨਾਂ ਨੇ ਬੰਦ ਆ। ਮੈਂ ਇਹਨਾਂ ਨੂੰ ਗਿਆ, ਉੱਥੇ ਜਾ ਕੇ ਮੈਂ ਐਮਪੀ ਵੀ ਆਇਆ, ਡਾਕਟਰ ਵੀ ਗਿਆ, ਮੈਂ ਆਪਣੇ आपके डॉक्टर भी जाके आया तो कहता एप्लीकेशन का सोची भाजी लोग हॉस्पिटल से दवाइयाँ लेना आते हैं, उन्होंने गलबात कर लेने। आप जैसे आज हॉस्पिटल में आए हो, क्या करने आए? मैं दवाई लेना है, चेकअप किस चीज़ कराना के लिए दवाई लेने आए? है, ये डिलीवरी है इसलिए। और कितना चिर हो गया आपको यहाँ बैठे हुए कि डॉक्टर पूछगिछ करते हैं जैसे विधायक साहब आए हैं? नहीं, मैं आई तुरंत, मुझे देखो के लिए है। मैं आपसे बस- पहले कितनी बार आ चुके हैं? मैं बहुत बार आ चुकी हूँ, शुरू से महीने से 1 महीने से ही इलाज चल रहा है। हाँ, कोई तो दिक्कत दवा- परेशानी तो नहीं होती? हॉस्पिटल का स्टाफ वगैरह कैसे काम करता है नहीं, आपके सब सही, मुझे टाइम से मिल जाता है दवाई। साथ? आप बिल्कुल टाइम से ही कितनी पास दवा लेने आए हो? डिलीवरी के अभी पर्ची कटा है, डिलीवरी की पर्ची दवा लेने आए हैं। तो स्टाफ का जहाँ हॉस्पिटल वाले कोऑपरेट करते हैं आपके साथ? हाँ बिल्कुल, ज्यादा दिक्कत परेशानी नहीं कोई ऐसी नहीं नहीं आती? नहीं कोई दिक्कत Satisfied हो नहीं, हॉस्पिटल में? बिल्कुल। क्योंकि आज विधायक साहब आए हैं, कमी पेशा जाने के लिए आए हैं। अगर किसी को दिक्कत है, लोगों को टाइम लगता है, बात नहीं सुनी जाती, तो आप अपनी बात रख सकते हो। नहीं नहीं बिल्कुल, जैसे आते हैं वैसे पर्ची कटी है, दवा लेने आए हैं, हो जाता है। साथ में आए थे दवाई लेने के लिए। हाँ जी, दवाई लेने। सर ਤੁਸੀਂ ਵੀ ਕਾਫੀ ਸਮੇਂ ਤੋਂ ਬੈਠੇ ਹੋ ਬਾਹਰ। ਘੰਟੇ ਜ਼ਿਆਦਾ ਹੋ ਗਿਆ। ਮੈਂ ਮੁਲਾਜ਼ਮ ਹਾਂ, ਸਫਾਈ ਦਾ ਕੰਮ ਕਰਦਾ। ਫਿਰ ਬਹੁਤ ਦਰਦ ਹੋ ਵੀ ਇੱਥੇ ਬੈਠੋਗੇ ਫਿਰ ਦਵਾਈ ਮਿਲੂਗੀ। ਰੌਣ ਤੇ ਕਹਿੰਦੇ ਰੌਣ ਕੇ ਫਿਰ ਆਣਗੇ ਇੱਧਰ। ਨਹੀਂ ਉਹਨਾਂ ਦੀ ਸੀਟ ਤੇ ਕੋਈ ਡਾਕਟਰ ਸਾਹਿਬਾਨ ਹੈਗੇ ਕਿ ਉਹ ਸਾਰੇ ਉਹੀ ਨਾ ਰੌਣ ਤੇ ਫਿਰਦੇ ਨਾ ਸਾਰੇ ਸਟਾਫ ਆਇਆ ਉਹ ਕਰਕੇ ਨਾ ਬੈਠੇ ਆ। ਉਦੋਂ ਪਹਿਲ ਦਫਾ ਆਇਆ, ਉਹ ਕਹਿੰਦੇ ਬੈਠੋ ਦਵਾਈ ਮਿਲ ਜੂਗੀ। ਹਸਪੀਟਲ ਦਾ ਪ੍ਰੋਸੀਜਰ ਵਗੈਰਾ ਜਿੱਦਾਂ ਹਸਪੀਟਲ ਕੰਮ ਕਰ ਰਿਹਾ ਤੁਹਾਨੂੰ ਕਿੱਦਾਂ ਲੱਗਦਾ? ਹਾਂ ਠੀਕ ਹੈ ਜੀ, ਠੀਕ ਚੱਲ ਹਾਂ ਠੀਕ ਹੈ। ਪਰ ਕਿਤੇ ਨਾ ਕਿਤੇ ਲੋਕਾਂ ਵੱਲੋਂ ਇਹ ਦਿੱਕਤਾਂ ਆਉਂਦੀਆਂ ਸੀ ਕਿ ਕਿਤੇ ਨਾ ਕਿਤੇ ਅਸੀਂ ਆਉਂਦੇ ਆ ਜਾਂ ਸਟਾਫ ਦੀ ਕਮੀ ਕਰਕੇ ਜਾਂ ਸਾਨੂੰ ਪ੍ਰੋਪਰ ਸਾਡੀਆਂ ਗੱਲਬਾਤ ਨਹੀਂ ਸੁਣੀ ਜਾਂਦੀ, ਕੋਈ ਇਹੋ ਜਿਹਾ ਇਸ਼ੂ ਤਾਂ ਨਹੀਂ ਹੈ? ਨਹੀਂ ਇਦਾਂ ਨਹੀਂ ਕੋਈ ਨਹੀਂ। ਇਹ ਉਸ ਵਧੀਆ ਹਸਪੀਟਲ ਤੇ ਦਵਾਈ ਵੀ ਵਧੀਆ ਮਿਲਦੀ ਹੈ, ਦਵਾਈ ਵਧੀਆ ਮਿਲਦੀ ਆ, ਦੇਖਭਾਲ ਵੀ ਵਧੀਆ ਕਰਦੇ। ਲੇਕਿਨ ਉਹਦਾ ਕੋਈ ਰੌਂਦ ਹੋਣ ਕਰਕੇ ਨਾ ਸਟਾਫ ਬਾਹਰੋਂ ਟੀਮ ਆਈ ਹੈ, ਉਹਦੇ ਕਰਕੇ ਅਸੀਂ ਬੈਠੇ ਆ। ਜੋ ਆ ਗਏ ਆਪਾਂ ਦਵਾਈ ਮਿਲ ਜੂਗੀ। ਠੀਕ ਹੈ, ਗੱਲਬਾਤ ਕਰਾਈ ਆ ਮਰੀਜ਼ਾਂ ਦੇ ਨਾਲ। ਹੋਰ ਵੀ ਜਿਹੜੇ ਲੋਕ ਆਏ ਹੋਏ ਨੇ ਹਸਪੀਟਲ ਜੱਚਾ, ਤਸਵੀਰਾਂ ਦਿਖਾ ਰਹੇ ਆ। ਭਾਜੀ ਤੁਸੀਂ ਵੀ ਹਸਪੀਟਲ 'ਚ ਪਹੁੰਚੇ ਹੋ, ਕਿਸ ਮਾਮਲੇ ਨੂੰ ਲੈ ਕੇ ਆਏ ਹੋ, ਕਿਹਦੀ ਦਵਾਈ ਲੈਣਾ ਹੈ? मेरी तो खांसी है। अच्छा, कितनी देर से बैठे हुए? अभी हो गया आधा घंटा। आधा घंटा हो गया, तो डॉक्टर वगैरह मिले नहीं आपसे अभी? नहीं, अभी मीटिंग चल रही है ना। जैसे विधायक साहब आए हैं, उनके साथ बिजी हैं। आज से पहले भी आते हैं हॉस्पिटल में? नहीं, हम तो पहली बार आए हैं। पहली बार आए, ठीक है। ਤੁਸੀਂ ਹੈਲਥ ਸਿਸਟਮ ਕਾਰਪੋਰੇਸ਼ਨ ਨੂੰ ਲਿਖਦੇ ਨੇ ਇਹਨਾਂ ਨੇ ਸਾਨੂੰ बिल्कुल मिले जेगा बयान लेना है सर। ਤੁਸੀਂ ਇੱਥੇ ਕਰਦੇ ਹੋ? ਹਾਂ ਮੈਂ ਸਮਝਿਆ ਪਛਾਣ ਲਿਆ।
सर एक रिक्वेस्ट है, रिकॉर्ड कर 5 साल हो गए हम लोग आगे। काम करते हुए, 5,000 पैसा मिलती है, वो भी टाइम से नहीं मिलती यहाँ पे। 4 महीने की अभी 2 महीने में मिली है, अभी 2 महीने की रह गई है। बंदे यहाँ पे है नहीं काम करने वाले। ਆਊਟਸੋਰਸ ਇਹਨਾਂ ਨੂੰ ਜੋ ਪਿੱਛੋਂ ਫੰਡ ਆਉਂਦੇ ਉਹਨੇ ਤਾਂ ਲੈਂਦੇ ਆ ਸਾਡੇ ਰੈਗੂਲਰ EMPLOYE ਨੇ ਕੰਟਰੈਕਟ ਨਹੀਂ ਪ੍ਰੋਜੈਕਟ ਤਾਂ ਹੈਗੇ ਫਿਰ ਐਸਐਮਓ ਨੂੰ ਪੁੱਛਾਂਗੇ ਨਾ ਸਰ ਕੀ ਇਸ਼ੂ ਹੈ ਕਿਉਂ ਨਹੀਂ सिर्फ 3 बजते सफाई वाले दूसरे भी नहीं है, ਇੱਥੇ ਕਿੰਨੇ ਜਾਣੇ ਸਫਾਈ ਵਾਲੇ सिर्फ 3 जने हैं मतलब पूरे हॉस्पिटल, और नीचे दोनों जगह सारी जगह पूरे। ਲਗਾਤਾਰ ਹਸਪੀਟਲ ਦਾ ਮੁਆਇਨਾ ਕਰਕੇ ਦਲਜੀਤ ਸਿੰਘ ਗਰੇਵਾਲ ਔਰ ਸਿਵਲ ਸਰਜਨ ਜਿਹੜੇ ਹਸਪੀਟਲ ਦੇ ਨੇ ਬਾਹਰ ਆਂਦਾ ਇਹ ਹਸਪੀਟਲ ਦੇ ਵਿੱਚ ਕਈ ਗੱਲਾਂ ਇਹਨਾਂ ਦੇ ਮਸਲੇ ਹੈ ਜਿਸ ਕੇ ਧਿਆਨ ਦੇ ਵਿੱਚ ਲਿਆਂਦੇ ਨੇ। ਗਰੇਵਾਲ ਸਾਹਿਬ ਘੱਟੋ ਘੱਟ 1.5 ਘੰਟੇ ਤੋਂ ਹਸਪੀਟਲ 'ਚ ਰਹੇ ਹੋ, ਲਗਾਤਾਰ ਮੁਆਇਨਾ ਕੀਤਾ, ਕਿੱਦਾਂ ਦੀਆਂ ਲੋਕਾਂ ਨੇ ਦਿੱਕਤਾਂ ਦੱਸੀਆਂ ਸੀਗੀਆਂ, ਹੁਣ ਬਾਥਰੂਮ ਵੀ ਜਾ ਕੇ ਆਏ ਹੋ, ਰੂਮ 'ਚ ਜਾ ਕੇ ਆਏ ਹੋ, ਲਾਈਟ ਦਾ ਜਨਰੇਟਰ ਬਿਨਾ, ਬਿਜਲੀ ਬਿਨਾ, ਬੜਾ ਮਾੜੇ ਹਾਲਾਤ, ਬਿਲਕੁਲ ਅਖੀਰ ਦੇ ਵਿੱਚ ਜਾ ਰਹੇ ਹੋ, ਕੀ ਕਹਿਣਾ ਚਾਹੁੰਦੇ? ਬਹੁਤ ਮਾੜਾ ਹਾਲਾਤ ਹੈ ਜੀ, ਸਮਝ ਲਓ ਬੁੱਚੜਕਾਨੇ ਨੂੰ ਭੈੜਾ ਹਾਲਾਤ ਹੈ। ਔਰ ਡਾਕਟਰ ਸਾਹਿਬ ਸਿਵਲ ਸਰਜਨ ਸਾਹਿਬ ਸਾਹਮਣੇ ਖੜੇ ਨੇ, ਜਿਹੜੇ ਐਸਐਮਓ ਇੱਥੇ ਨੇ ਤੇ ਅਨਿਲ ਜੀ, ਉਹਨਾਂ ਨਾਲ ਵੀ ਗੱਲ ਹੋਈ ਅੱਜ, ਉਹ ਛੁੱਟੀ ਤੇ ਨੇ, ਉਹ ਕਲੀਅਰ ਕਰਦੇ ਆ ਵੀ ਛੁੱਟੀ ਤੇ ਨੇ, ਕਦੇ ਗਏ, ਕਿਹੜੇ ਵਿਜ਼ਿਟ ਤੇ ਗਏ ਨੇ। ਉਹ ਵਿਜ਼ਿਟਰ ਦਫ਼ਤਰ ਹੀ ਹੋਣਾ ਜੀ, ਆਪਣੇ ਕੋਲ ਰਜਿਸਟਰ ਹੋਣਾ ਵਿਜ਼ਿਟਰ। ਉਹ ਕਿਹਦੇ ਕੋਲ ਆ ਡਾਕਟਰ ਸਾਹਿਬ ਵਿਜ਼ਿਟਰ ਰਜਿਸਟਰ ਕਿੱਥੇ ਆ? ਉਹ ਨਹੀਂ ਇੱਥੇ ਡਿਊਟੀ ਪਾਉਂਦੇ, ਇੱਥੇ ਪਾਉਂਦੇ ਨਹੀਂ ਡਿਊਟੀ, ਲਿਆਓ ਜੀ ਉਹ ਹਾਜ਼ਰੀ ਰਜਿਸਟਰ ਲੈ ਕੇ ਆਓ, ਲੈ ਕੇ ਆਓ ਹਾਜ਼ਰੀ। ਤੁਹਾਡੇ ਤੋਂ ਸਵਾਲ ਕਰਨਾ ਚਾਹੁੰਦਾ, ਤੁਹਾਡੀ ਹਸਪੀਟਲ ਦੀ ਜ਼ਿੰਮੇਵਾਰੀ ਜਿੱਦਾਂ ਦੀਆਂ ਦਿੱਕਤਾਂ ਲੋਕਾਂ ਨੇ ਦੱਸੀਆਂ ਨੇ। ਗਰੇਵਾਲ ਸਾਹਿਬ ਅੱਜ ਉੱਚੇ ਜਦੋਂ 1 ਘੰਟੇ ਦਾ ਲਗਾਤਾਰ ਦੌਰਾ ਚੱਲਿਆ ਵਾ, ਕਿੱਦਾਂ ਦੀਆਂ ਲੋਕਾਂ ਦੀਆਂ ਦਿੱਕਤਾਂ ਆਈਆਂ ਨੇ ਤੁਹਾਡੇ ਧਿਆਨ 'ਚ? ਸਾਰਾ ਮਾਮਲੇ ਆਉਂਦਾ, ਕਦੇ ਲਾਈਟ ਨਹੀਂ ਹੁੰਦੀ, ਕਦੇ ਸਟਾਫ ਦਾ ਬਦਤਮੀਜ਼ੀ ਨਾਲ ਕਹਿੰਦੇ ਪੇਸ਼ ਆਉਂਦਾ ਲੋਕਾਂ ਦੇ ਨਾਲ, ਕਦੇ ਐਕਸਪਾਇਰੀ ਦਵਾਈਆਂ ਦਿੱਤੀਆਂ ਜਾਂਦੀਆਂ ਨੇ। ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਹਸਪੀਟਲ? ਦੇਖੋ ਜਿਹੜੀ ਚੀਜ਼ਾਂ ਕਰੈਕਟੇਬਲ ਹੈ ਉਹ ਅਸੀਂ ਦੱਸ ਵੀ ਦਿੱਤੀਆਂ ਹੈਗੀਆਂ। ਇੱਥੇ ਸਟਾਫ ਦੀ ਕਮੀ ਹੈ, ਅਸੀਂ ਸਟੇਟ ਨੂੰ ਅਪਡੇਟ ਕੀਤਾ। ਇੱਥੇ ਫਿਰ ਵੀ ਕਮੀ ਹੋਣ ਦੇ ਬਾਵਜੂਦ ਵੀ ਅਸੀਂ 2-3 ਸਟਾਫ ਬਾਹਰੋਂ ਲਾਇਆ ਇਸ ਕੰਮ ਨੂੰ ਚਲਾਉਣ ਵਾਸਤੇ। ਪਿੱਛੋਂ ਡਾਇਰੈਕਸ਼ਨ ਸੀ ਸਾਰੀਆਂ ਐਕਸਟਰਾ ਡਿਊਟੀਆਂ ਕੱਟਤੀਆਂ ਜਾਣ, ਡੈਪੂਟੇਸ਼ਨ ਕੱਟਣ ਦੇ ਬਾਅਦ ਵੀ, ਕਿਉਂਕਿ ਸਾਨੂੰ ਪਤਾ ਹੈ ਹਸਪਤਾਲ ਬਿਲਕੁਲ ਬੰਦ ਹੋ ਜਾਣਾ ਸੀਗਾ, ਇਸੇ ਕਰਕੇ ਸਪੈਸ਼ਲ ਪਰਮਿਸ਼ਨ ਲੈ ਕੇ ਇੱਥੇ ਸਟਾਫ ਲਾਇਆ, ਚਾਹੇ ਰੇਡੀਓਗ੍ਰਾਫਰ ਹੈ, ਚਾਹੇ ਲੈਬ ਟੈਕਨੀਸ਼ੀਅਨ ਹੈ, ਚਾਹੇ ਫਾਰਮਾਸਿਸਟ ਹੈ, ਚਾਹੇ ਸਟਾਫ ਨਰਸਿਸ ਹੈ। ਇੱਥੋਂ ਦੇ ਤੇ ਸੈਂਕਸ਼ਨ ਪੋਸਟਾਂ ਹੀ ਨਹੀਂ ਹੈ। ਸਰ ਸਟਾਫ ਘਟਣ ਦੇ ਨਾਲ ਸਫਾਈ ਨੂੰ ਲੈ ਕੇ ਜਾਂ ਕਲੀਨੈਸ ਨੂੰ ਲੈ ਕੇ ਜਾਂ ਜਨਤਾ ਦੇ ਬਿਹੇਵੀਅਰ ਨੂੰ ਲੈ ਕੇ ਵੀ ਕੁਐਸਚਨ ਤੁਹਾਡੇ ਤੋਂ ਉੱਠ ਰਹੇ ਆ। ਨੰਬਰ 2 ਤੁਸੀਂ ਸਫਾਈ ਦੀ ਗੱਲ ਕੀਤੀ, ਉਹ ਵੀ ਸਾਨੂੰ ਦੱਸਿਆ ਸੀ ਕਿ ਇੱਥੇ ਸਿਰਫ ਕੰਟਰੈਕਚੁਅਲ ਸਟਾਫ ਹੈ, ਰੈਗੂਲਰ ਕੋਈ ਸਫਾਈ ਸੇਵਕ ਨਹੀਂ ਹੈ। ਓਬਵੀਅਸਲੀ ਕੰਟਰੈਕਚੁਅਲ ਸਟਾਫ ਦਾ ਨੰਬਰ ਵੀ ਘੱਟ ਹੈ। ਸਰ ਵੱਲੋਂ ਇਹ ਹਦਾਇਤ ਕੀਤੀ ਗਈ ਹੈ ਕਿ ਇਹ ਕਾਰਪੋਰੇਸ਼ਨ ਵੱਲੋਂ ਸਾਨੂੰ 1-2 ਸਟਾਫ ਹੋਰ ਦੇਣਗੇ ਸਫਾਈ ਦੇ। ਔਰ ਜਿਹੜੀ ਮੋਨੀਟਰਿੰਗ ਦੀ ਗੱਲ ਹੈ ਸਾਫ ਸਫਾਈ ਦੀ, ਉਹ ਐਸਐਮਓ ਨੂੰ ਔਰ ਹਮਾਰੇ ਪ੍ਰੋਗਰਾਮ ਅਫਸਰ ਨੂੰ ਅਸੀਂ ਡਾਇਰੈਕਸ਼ਨ ਦਿੱਤੀਆਂ ਕਿ ਇਹਨੂੰ ਰੈਗੂਲਰ ਮੋਨੀਟਰ ਕਰੋ, ਜਿੱਥੇ ਵਿੱਚ ਸਾਫ ਸਫਾਈ, ਬਿਜਲੀ ਔਰ ਪਾਣੀ, ਇਹ ਬੇਸਿਕ ਸਹੂਲਤਾਂ ਇਹ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ। ਕਿਤੇ ਲੁਧਿਆਣੇ ਦੇ ਡੀਸੀ ਸਾਹਿਬਾਨ ਜਿਹੜੇ ਸੁਰਭੀ ਮਲਿਕ ਜੀ ਨੇ ਉਹ ਵੀ ਕਹਿ ਰਹੇ ਨੇ, ਸ਼ੀਨਾ ਅਗਰਵਾਲ ਜੀ, ਲਗਾਤਾਰ ਕੋਵਿਡ ਦਾ ਸਮਾਂ ਚੱਲ ਰਿਹਾ, ਬਿਮਾਰੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰ ਰਿਹਾ, ਸਰਕਾਰਾਂ ਦਾ ਕਰੋੜਾਂ ਰੁਪਈਆ ਮੁੜ ਕੇ ਦਵਾਈਆਂ ਤੇ ਲੱਗਦਾ ਵਾ, ਲੋਕਾਂ ਨੂੰ ਆਪਣਾ ਹਸਪਤਾਲ 'ਚ ਬੈੱਡ ਨਹੀਂ ਪ੍ਰੋਵਾਈਡ ਕਰਦੇ ਐਡਵਾਂਸ ਟੈਕਨੋਲੋਜੀ ਲਈ, ਜਾਂ ਇਹ ਬਿਮਾਰੀ ਫੈਲੇ ਹੀ ਨਾ, ਜਾਂ ਆਪਾਂ ਉਹਨੂੰ ਕੰਟਰੋਲ ਕਰ ਲਈਏ, ਇਹਦੇ ਪ੍ਰਤੀ ਕਿੱਦਾਂ ਸਿਹਤ ਦੇਣ ਦੀ ਲੋੜ ਹੈ? ਦੇਖੋ ਸੇਧ ਦੇਣ ਦੀ ਲੋੜ ਹੈ। ਜਿਵੇਂ ਆਪਾਂ ਇੰਨੇ ਖੜੇ ਹਾਂ, ਵੈਸੇ ਵੀ ਆਪਾਂ ਨੂੰ ਥੋੜੇ ਡਿਸਟੈਂਸ ਵਿੱਚ ਖੜੇ ਹੋਣਾ ਚਾਹੀਦਾ, ਜੋ ਕੋਵਿਡ ਗਾਈਡਲਾਈਨਸ ਕਹਿੰਦੀ ਹੈ। ਨੰਬਰ 1। ਨੰਬਰ 2, ਸਾਡੇ ਲੁਧਿਆਣਾ ਵਿੱਚ ਮੈਕਸਿਮਮ ਸੈਂਪਲਿੰਗ ਚੱਲ ਰਹੀ ਹੈ ਸਾਰੇ ਪੰਜਾਬ ਦੇ ਹਿਸਾਬ ਨਾਲ। 11-12 ਹਜ਼ਾਰ ਸੈਂਪਲਿੰਗ ਹੁੰਦੀ ਹੈ ਸਾਰੇ ਪੰਜਾਬ ਵਿੱਚ, ਜਿਹਦੇ ਵਿੱਚ 4000 ਲੁਧਿਆਣੇ ਵਿੱਚ ਹੈ। ਇਹਦਾ ਮਤਲਬ ਤੀਜਾ ਹਿੱਸਾ ਸੈਂਪਲਿੰਗ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਟੂ ਆਈਸੋਲੇਟ ਕੋਵਿਡ ਪੇਸ਼ੈਂਟ, ਸੋ ਦੈਟ ਜਲਦੀ ਆਈਸੋਲੇਟ ਹੋ, ਹੋਮ ਆਈਸੋਲੇਟ ਹੋ ਔਰ ਉਹਨੂੰ ਮੋਨੀਟਰ ਕੀਤਾ ਜਾਏ। ਸਾਡੀ ਟੀਮਸ ਉਹਨੂੰ ਰੈਗੂਲਰ ਮੋਨੀਟਰ ਕਰ ਰਹੀਆਂ। ਸਰ ਅੱਜ ਦੀ ਤਰੀਕ 'ਚ ਕਿੰਨੇ ਐਕਟਿਵ ਕੇਸ ਨੇ ਕੋਵਿਡ? ਦੇਖੋ ਇਹ ਰਿਪੋਰਟ ਜਿਹੜੀ ਹੈਗੀ ਆ ਉਹ ਸ਼ਾਮ ਦੇ ਵੇਲੇ ਜਨਰੇਟ ਹੁੰਦੀ ਹੈ, ਐਕਟਿਵ ਔਰ ਪੋਜ਼ਿਟਿਵ ਦੀ ਡਿਟੇਲ। ਇਸ ਵੇਲੇ ਸਾਡੇ ਕੋਲ ਅਰਾਊਂਡ 160 ਦੇ ਆਸ-ਪਾਸ ਐਕਟਿਵ ਕੇਸ ਨੇ। ਤੁਹਾਡੇ ਹਸਪੀਟਲ ਦੇ ਆਲੇ ਦੁਆਲੇ ਕੂੜੇ ਦਾ ਡੰਪ ਸੀਗਾ, ਬਹੁਤ ਗੰਦ ਖਿਲ ਰਿਹਾ ਹੋਇਆ ਵਾ, ਜਿੱਦਾਂ ਦੌਰਾ ਕੀਤਾ ਇਹ ਵੀ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ। ਕੁਝ ਸਟਾਫ ਨੂੰ ਅਗਰ ਕਾਰਪੋਰੇਸ਼ਨ ਦੇ ਅਧਿਕਾਰੀ ਆ ਗਰੇਵਾਲ ਸਾਹਿਬ ਕੋਲ ਆ ਮੈਸੇਜ ਲਗਾਉਣਾ, ਕਿਸੇ ਤਰ੍ਹਾਂ ਦੀ ਫੰਡ ਦੀ ਲੋੜ ਆ, ਐਮਐਲਏ ਸਾਹਿਬ ਕੋਲ ਖੜਨੇ। ਹਾਂ ਬਿਲਕੁਲ, ਜਿਹੜੇ ਬਾਹਰਲੇ ਵਾਲੇ ਸਾਫ ਸਫਾਈ ਦਾ ਹੈਗਾ ਉਹ ਕਾਰਪੋਰੇਸ਼ਨ ਦਾ ਇਸ਼ੂ ਹੈ। ਸਰ ਕਹਿੰਦੇ ਅਸੀਂ ਕਾਰਪੋਰੇਸ਼ਨ ਨੂੰ ਇਹਦੀ ਹਦਾਇਤ ਦੇ ਦਾਂਗੇ। ਆਸ ਕਰਦੇ ਹਾਂ ਕਿ ਤੁਹਾਡੇ ਹਸਪੀਟਲ 'ਚ ਜਿਹੜਾ ਬੰਦਾ ਆਏਗਾ ਨੈਕਸਟ ਟਾਈਮ, ਜਿੱਦਾਂ ਕਹਿ ਰਹੇ ਕਿ ਪੰਜਾਬ ਦੇ ਜਿਹੜੇ ਹੈਲਥ ਮਿਨਿਸਟਰ ਬਣੇ ਨਵੇਂ ਆਣਗੇ, ਉਸ ਤੋਂ ਪਹਿਲਾਂ ਹਸਪੀਟਲ ਦੇ ਹਾਲਾਤ ਸੁਧਰਨਗੇ। ਨਵੇਂ ਹਸਪਤਾਲਾਂ ਦੇ ਆਪਾਂ ਬਣਾ ਲਈ, ਕਰੋੜਾਂ ਰੁਪਈਆ ਫੰਡ ਖਰਚਦੀਆਂ ਸਰਕਾਰਾਂ, ਅਰਬਾਂ ਰੁਪਏ ਲੱਗੇਗਾ, ਟੈਕਨੋਲੋਜੀ ਆਏਗੀ, ਆਪਣੀ ਮਸ਼ੀਨਰੀ ਆਏਗੀ। ਅਗਰ ਆਪਾਂ ਇਹਨੂੰ ਮੇਨਟੇਨ ਕਰਕੇ ਵਧੀਆ ਕਰ ਲਈਏ। ਦੇਖੋ ਜਿਹੜੇ ਐਗਜ਼ਿਸਟਿੰਗ ਸਟਰਕਚਰ ਨੂੰ ਮੇਨਟੇਨ ਕਰਨਾ ਜ਼ਰੂਰੀ ਹੈ, ਚਾਹੇ ਸਟਾਫ ਦੀ ਘਾਟ ਵੀ ਹੈ ਤਾਂ ਵੀ ਇਹਨਾਂ ਨੂੰ ਕਿਹਾ ਜੋ ਅਵੇਲੇਬਲ ਸਟਾਫ ਹੈ ਉਹਨੂੰ ਬੈਸਟ ਯੂਜ਼ ਕੀਤਾ ਜਾਏ। ਔਰ ਜਿਹੜੀ ਬੇਸਿਕ ਸਹੂਲਤਾਂ ਉਹ ਆਲਰੇਡੀ ਸਾਰੇ ਐਸਐਮਓ ਨੂੰ ਡਾਇਰੈਕਸ਼ਨਸ ਦਿੱਤੀਆਂ ਜਾ ਚੁੱਕੀਆਂ। ਅਸੀਂ ਐਸਐਮਓ ਨੂੰ ਵੀ ਪੁੱਛਾਂਗੇ ਬੁਲਾ ਕੇ, ਇਹ ਅਸੀਂ ਕਈ ਵਾਰੀ ਚਿੱਠੀਆਂ ਔਰ ਵੀਸੀ ਥਰੂ ਇਹਨਾਂ ਨੂੰ ਹਦਾਇਤ ਦਿੱਤੀ ਹੈ ਸਾਡੇ ਵੱਲੋਂ ਕਿ ਜਿਹੜੀ ਬੇਸਿਕ ਸਹੂਲਤਾਂ ਪੇਸ਼ੈਂਟ ਨੂੰ, ਚਾਹੇ ਦਵਾਈਆਂ, ਚਾਹੇ ਸਾਫ ਸਫਾਈ, ਚਾਹੇ ਪਾਣੀ ਔਰ ਲਾਈਟ, ਇਹ ਇਨਸ਼ੋਰ ਕੀਤਾ ਜਾਏ ਕਿ ਪ੍ਰੋਪਰ ਮਿਲੇ। ਸਰ ਬਿਲਕੁਲ ਲਾਸਟ ਕੁਐਸਚਨ ਕਰਨਾ, ਇਮਾਨਦਾਰੀ ਨਾਲ ਦੱਸੋ, ਤੁਹਾਡੇ ਹਸਪਤਾਲ ਦੇ ਅੱਜ ਇੱਕ ਸਟਾਫ ਤੇ ਇੱਕ ਡਾਕਟਰ ਦੇ ਉੱਤੇ ਇੱਕ ਪੇਸ਼ੈਂਟ ਵੱਲੋਂ ਐਲੀਗੇਸ਼ਨ ਲਗਾਇਆ ਗਿਆ ਕਿ ਅਗਰ ਦਵਾਈ ਲੈਣ ਆਉਂਦੇ ਆ ਪ੍ਰੋਪਰ ਟ੍ਰੀਟ ਨਹੀਂ ਕੀਤਾ ਜਾਂਦਾ ਹੈਗਾ, ਬਿਹੇਵੀਅਰ ਨਹੀਂ ਸਹੀ ਹੈਗਾ, ਔਰ ਸ਼ਾਇਦ ਉਹਦੀ ਕੰਪਲੇਂਟ ਵੀ ਤੁਹਾਡੇ ਕੋਲ ਮਾਰਕ ਕਰਕੇ ਆਏਗੀ।
ਜਿਹੜੇ ਅੱਜ ਇੱਥੇ ਵਰਧਮਾਨ ਦੀ ਗੱਲ ਕਰ ਰਹੇ ਹਾਂ, ਇੱਕ ਮੈਸੇਜ ਆਇਆ ਸੀਗਾ ਐਮਐਲਏ ਸਾਹਿਬ ਨੂੰ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਡਾਕਟਰ ਨੇ ਸਾਡੇ ਨਾਲ ਪ੍ਰੋਪਰਲੀ ਬਿਹੇਵ ਨਹੀਂ ਕੀਤਾ ਔਰ ਸਾਨੂੰ ਦੱਸਿਆ ਵੀ ਨਹੀਂ ਔਰ ਆਪਣੇ ਮੋਬਾਈਲ ਨਾਲ ਲੱਗਿਆ ਰਿਹਾ। ਅਸੀਂ ਵਿਲ ਟੇਕ ਐਨ ਐਕਸਪਲੇਨੇਸ਼ਨ ਫਰੋਮ ਦਾ ਐਮਓ। ਤੁਸੀਂ ਕੋਈ ਮੀਟਿੰਗ ਵਗੈਰਾ ਕਰਦੇ ਹੋ ਸਟਾਫ ਦੇ ਨਾਲ ਕਿ ਕੋਆਪਰੇਸ਼ਨ ਲਈ ਜਾਂ ਆਪਣੇ ਹਸਪੀਟਲ ਦੇ ਲਈ ਇਸ ਤਰ੍ਹਾਂ ਦਾ? ਰੈਗੂਲਰ ਮੀਟਿੰਗਸ ਹੁੰਦੀਆਂ, ਐਸਐਮਓਸ ਨਾਲ ਹੁੰਦੀਆਂ, ਵੀਸੀਸ ਵੀ ਹੁੰਦੀਆਂ ਔਰ ਆਫੀਸ਼ੀਅਲ ਦੂਜੀ ਸਾਹਮਣੇ ਬਹਿ ਕੇ ਵੀ ਮੀਟਿੰਗ ਹੁੰਦੀਆਂ। ਗਰੇਵਾਲ ਸਾਹਿਬ ਲਾਸਟ ਦੇ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਰਜਿਸਟਰ ਦੇਖ ਰਹੇ ਨੇ ਮੁਆਇਨਾ ਕਰਦੇ ਹੋਏ ਔਰ ਲਾਸਟ 'ਚ ਵਰਜਨ ਲੈਣਾ ਚਾਹੁੰਦੇ ਆ। ਗਰੇਵਾਲ ਸਾਹਿਬ ਦਾ ਕੀ ਕਹਿਣਾ ਚਾਹੁੰਦੇ ਨੇ? ਅਟੈਂਡੈਂਸ ਵਾਲਾ ਰਜਿਸਟਰ ਦੇਖਦੇ ਹੋਏ ਹਸਪਤਾਲ ਦੇ ਸਟਾਫ ਦੇ ਡਾਕਟਰਸ ਦੀ ਹਾਜ਼ਰੀ ਚੈੱਕ ਕਰਦੇ ਹੋਏ ਕਿ ਕਿਸ ਤਰ੍ਹਾਂ ਮੇਨਟੇਨ ਕੀਤਾ ਜਾਂਦਾ ਵਾ। ਕਿਤੇ ਨਾ ਕਿਤੇ ਖਾਲੀ ਰਜਿਸਟਰਾਂ 'ਤੇ ਐਂਟਰੀ ਪਾਈ ਜਾਂਦੀ, ਕਈ ਵਾਰ ਇਹ ਵੀ ਕਪੜੇ ਨਿਕਲ ਕੇ ਸਾਹਮਣੇ ਆਉਂਦੇ ਆ ਕਿ ਹਸਪਤਾਲ ਦੇ ਜਿਹੜਾ ਰਜਿਸਟਰ ਹੁੰਦਾ ਉਹਦੇ 'ਚ ਐਂਟਰੀ ਪਾ ਕੇ ਹਾਜ਼ਰੀ ਲਗਾਈ ਜਾਂਦੀ ਹੈ, ਬਟ ਕਿਤੇ ਨਾ ਕਿਤੇ ਸਟਾਫ ਦੇ ਡਾਕਟਰ ਅਵੇਲੇਬਲ ਨਹੀਂ ਵੀ ਹੁੰਦੇ ਹੈਗੇ। ਬਾਕੀ ਦੇਖਦੇ ਹਾਂ ਕੀ ਮਾਮਲਾ। ਗਰੇਵਾਲ ਸਾਹਿਬ ਫਿਲਹਾਲ ਇਨਕੁਆਇਰੀ ਕਰ ਰਹੇ ਆ, ਦੇਖ ਰਹੇ ਆ ਡੇਲੀ ਅਟੈਂਡੈਂਸ ਰਜਿਸਟਰ ਦੇਖਦੇ ਹੋਏ।